ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਪਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਮ ਬਿਹੰਗ ਦਰਵੇਸ਼ ਹੈ ਸੰਚੇ ਨ ਕਰੇ ਹੈ। ਨਿਤ ਨਵੀਨ ਲੈ ਕਰ ਅਚੈ ਈਸ਼ਰ ਤਿਨ ਦੈ ਹੈ। ਘਰ ਮੈਂ ਰਹੇ ਨ ਅੰਨ ਧਨ ਨਹਿ ਬਸਤਰ ਬਧੀਕਾ। ਕਰਿਓ ਨੇਮ ਸ਼੍ਰੀ ਸਤਿਗੁਰੂ ਐਸੀ ਬਿਦਨੀਕਾ। ਜਿਮ ਬਿਹੰਗ ਦਰਵੇਸ਼ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਲੜੀਵਾਰ ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪ ਜੀ ਸੱਜੇ ਹੋਏ ਹੋ। ਹੁਣੇ ਹੁਣੇ ਆਪ ਜੀ ਨੇ ਸੰਗਤਾਂ ਨੇ
ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਸਰਵਣ ਕੀਤਾ। ਕੁਝ ਸਮਾਂ ਆਪਾਂ ਸਾਰਿਆਂ ਨੂੰ ਹੀ ਗੁਰੂ ਘਰ ਦੀ ਸੰਗਤ ਕਰਨ ਦਾ ਮੌਕਾ ਪ੍ਰਾਪਤ ਹੋਇਆ। ਆਓ ਆਪੋ ਆਪਣੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਓ। ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੱਚੇ ਪਾਤਸ਼ਾਹ ਗੁਰੂ ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ 'ਤੇ ਸੱਜਣ ਤੋਂ ਬਾਅਦ ਕਿਸ ਤਰੀਕੇ ਦਾ ਗੁਰੂ ਜੀ ਦਾ ਨਿਤਨੇਮ ਸੀ ਉਹ ਆਪ ਜੀ ਨੇ ਸਰਵਣ ਕੀਤਾ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਜਾਗਦੇ ਆ। ਭਾਈ ਬੱਲੋ ਜੀ ਸਤਿਗੁਰਾਂ ਨੂੰ ਇਸ਼ਨਾਨ ਕਰਵਾਉਂਦੇ ਆ। ਜਿੰਨਾ ਚਿਰ ਤੱਕ ਦਿਨ ਨਹੀਂ ਚੜ੍ਹਦਾ ਮਹਾਰਾਜ ਨਿੱਜੀ ਧਿਆਨ ਵਿੱਚ ਸਥਿਤ ਰਹਿੰਦੇ ਆ। ਉੱਧਰੋਂ ਜਦੋਂ ਮਹਾਰਾਜ ਆ ਕੇ ਆਸਣ 'ਤੇ ਸੱਜਦੇ ਆ, ਦਿਨੇ ਰਬਾਬੀ ਆਉਂਦੇ ਆ। ਲੰਮਾ ਸਮਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕੀਰਤਨ ਹੁੰਦਾ ਹੈ। ਸੰਗਤਾਂ ਬੇਅੰਤ ਆ ਕੇ ਪਹੁੰਚ ਕੇ ਜਦੋਂ ਰਬਾਬੀ ਬਹੁਤ ਸੁੰਦਰ ਰਾਗਾਂ ਦੇ ਵਿੱਚ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰਦੇ ਹਨ, ਮਾਹੌਲ ਵੀ ਬਣਦਾ ਹੈ, ਵਾਤਾਵਰਣ ਪਵਿੱਤਰ ਹੁੰਦਾ ਹੈ ਅਤੇ ਜਿਹੜਾ ਬੈਠ ਕੇ ਕੀਰਤਨ ਸਰਵਣ ਕਰਦਾ ਉਹਦਾ ਮਨ ਵੀ ਪਵਿੱਤਰ ਹੁੰਦਾ ਹੈ। ਮਹਾਰਾਜ ਜੀ ਦੇ ਦਰਸ਼ਨ ਕਰਕੇ ਬੜੇ ਹੀ ਸੁੱਖ ਪ੍ਰਾਪਤ ਹੁੰਦੇ ਹੈ। ਫਿਰ ਲੰਗਰ ਵਰਤਦਾ। ਆਪ ਤੇ ਮਹਾਰਾਜ ਲੂਣ ਤੋਂ ਬਗੈਰ ਦਲੀਆ ਛਕਦੇ ਹੈ। ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਪਦਾਰਥ ਮਹਾਰਾਜ ਜੀ ਤਿਆਰ ਕਰਵਾਉਂਦੇ ਹੈ। ਸੰਗਤ ਜੀ ਜਿਹਨੇ ਅਭਿਆਸ ਕਰਨਾ ਹੈ ਉਹ ਤਾਂ ਸਾਦਾ ਛਕੇ, ਸਤੋਗੁਣੀ ਭੋਜਨ ਛਕੇ, ਪਰ ਅਸੀਂ ਆਪ ਸਤੋਗੁਣੀ ਛਕਦੇ ਹੋਈਏ, ਸਾਦਾ ਛਕਦੇ ਹੋਈਏ। ਇਹਦਾ ਇਹ ਮਤਲਬ ਨਹੀਂ ਹੈ ਵੀ ਗੁਰੂ ਘਰ ਵਿੱਚ ਸਦਾ ਦਾਲ ਹੀ ਚਲਾਉਣੀ ਹੈ ਅਤੇ ਪ੍ਰਸ਼ਾਦਾ ਹੀ ਚਲਾਉਣਾ ਹੈ। ਗੁਰੂ ਕੀਆਂ ਸੰਗਤਾਂ ਵਾਸਤੇ ਜਿੰਨਾ ਕੋਈ ਵਧੀਆ ਲੰਗਰ ਤਿਆਰ ਕਰਕੇ ਛਕਾਏਗਾ ਉਹਦਾ ਓਨਾ ਭਲਾ ਹੋਏਗਾ। ਇੱਕ ਗੁਰਮੁਖ ਬੜੀ ਤਾੜਨਾ ਕਰ ਰਹੇ ਸਨ ਆਪਣੇ ਸੇਵਕਾਂ ਨੂੰ। ਉਹਨਾਂ ਪਤਾ ਕੀ ਕੀਤਾ ਸੀ? ਦੇਸੀ ਘਿਓ ਦਾ ਉਹਨਾਂ ਦਾ ਕੰਮ ਸੀਗਾ, ਕਾਰੋਬਾਰ ਸੀਗਾ, ਅਤੇ ਸੰਗਤਾਂ ਦਾ ਲੰਗਰ ਉਹਨਾਂ ਦੇ ਘਰ ਵਿੱਚ ਸੀ। ਅਤੇ ਉਹਨਾਂ ਨੇ ਜਦੋਂ ਪੂੜੇ ਬਣਾਏ ਨਾ ਸਾਉਣ ਦੇ ਮਹੀਨੇ ਵਿੱਚ, ਅਤੇ ਸਾਧ ਸੰਗਤ ਜੀ ਉਹ ਰਿਫਾਈਂਡ ਵਿੱਚ ਬਣਾਏ। ਅਤੇ ਉਹ ਜਿਹੜੇ ਗੁਰਮੁਖ ਮੁਖੀ ਸਨ ਨਾ, ਉਹ ਵਾਰ-ਵਾਰ ਇਹ ਗੱਲ ਉਹਨਾਂ ਨੂੰ ਜਤਾਉਣ ਵੀ ਵੇਖੋ ਆਪਣਾ ਇੰਨਾ ਵਧੀਆ ਇਹਨਾਂ ਦਾ ਦੇਸੀ ਘਿਓ ਦਾ ਕਾਰੋਬਾਰ ਹੈ, ਇਹ ਕਿਹੜਾ ਸਮਾਂ ਬਾਰ-ਬਾਰ ਮਿਲਣਾ। ਅਤੇ ਸੰਗਤ ਨੂੰ ਪੂੜੇ ਰਿਫਾਈਂਡ ਦੇ ਖਵਾਈ ਜਾਂਦੇ ਆ, ਛਕਾਈ ਜਾਂਦੇ ਆ। ਚਲੋ ਜਦੋਂ ਉਹਨਾਂ ਨੂੰ ਬਾਰ-ਬਾਰ ਆਖਿਆ ਅਤੇ ਫਿਰ ਮੈਂ ਬੇਨਤੀ ਕਰ ਹੀ ਲਈ। ਮੈਂ ਕਿਹਾ ਮਹਾਰਾਜ ਜੀ ਆਪ ਜੀ ਬਾਰ-ਬਾਰ ਐਸਾ ਬਚਨ ਕਰ ਰਹੇ ਹੋ। ਉਹ ਕਹਿਣ ਲੱਗੇ ਮੈਂ ਇਹਨਾਂ ਨੂੰ ਤਾਂ ਕਹਿ ਰਿਹਾ ਜਿਹੋ ਜਿਹਾ ਹੁਣ ਛਕਾਉਣਗੇ ਉਹੋ ਜਿਹਾ ਹੀ ਅੱਗੇ ਮਿਲੇਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਕੀਆਂ ਸੰਗਤਾਂ ਦਾ ਚਾਅ ਨਾਲ, ਪ੍ਰੇਮ ਨਾਲ ਜਦੋਂ ਸੰਗਤਾਂ ਦੀ ਸੇਵਾ ਕਰਨਗੇ ਅਤੇ ਫਿਰ ਅੱਗੇ ਜਾ ਕੇ ਇਹਨਾਂ ਨੂੰ ਐਸੇ ਵੈਸੇ ਪਦਾਰਥ ਮਿਲਣਗੇ। ਸੋ ਮਹਾਰਾਜ ਦਾ ਲੰਗਰ ਵਿੱਚ ਬੜੀ ਵਿਸ਼ੇਸ਼ਤਾ ਹੈ। ਔਰ ਕੱਲ੍ਹ ਆਪ ਜੀ ਨੇ ਸੁਣਿਆ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੰਨਾ ਲੰਗਰ ਤਿਆਰ ਹੁੰਦਾ, ਤਾਜ਼ਾ ਲੰਗਰ ਤਿਆਰ ਹੁੰਦਾ ਅਤੇ ਤਾਜ਼ਾ ਹੀ ਵਰਤਦਾ ਹੈ। ਬਏ ਦਾ ਹੁਕਮ ਨਹੀਂ ਸੀ ਮਹਾਰਾਜ ਸੱਚੇ ਪਾਤਸ਼ਾਹ ਦਾ, ਪਸ਼ੂਆਂ ਨੂੰ ਛਕਾ ਦਿੰਦੇ ਸਨ। ਔਰ ਇਤਿਹਾਸ ਵਿੱਚ ਇਹ ਵੀ ਲਿਖਿਆ ਜਿਹੜਾ ਪਸ਼ੂ ਵੀ ਨਹੀਂ ਸੀ ਨਾ ਛਕਦੇ, ਵੱਧ ਜਾਂਦਾ ਸੀਗਾ, ਉਹ ਮਹਾਰਾਜ ਦਰਿਆ ਦੇ ਵਿੱਚ ਪਵਾ ਦਿੰਦੇ ਸੀਗੇ। ਮੱਛਲੀਆਂ ਛਕਦੀਆਂ ਰਹਿੰਦੀਆਂ ਸਨ। ਇਹ ਕਿਉਂ ਮਹਾਰਾਜ ਕਰਦੇ ਆ? ਸਾਰਿਆਂ ਦਾ ਧਿਆਨ ਮਹਾਰਾਜ ਸੱਚੇ ਪਾਤਸ਼ਾਹ ਰੱਖਦੇ ਆ। ਰਾਤ ਨੂੰ ਗਾਗਰਾਂ ਮੁੱਧੀਆਂ ਵੱਜਦੀਆਂ, ਸਵੇਰੇ ਮੁੜ ਉਹਨਾਂ ਵਿੱਚ ਪਦਾਰਥ ਪੈਂਦੇ ਅਤੇ ਤਾਜ਼ਾ ਲੰਗਰ ਤਿਆਰ ਹੁੰਦਾ ਹੈ ਜੀ। ਗੁਰੂ ਘਰ ਦੀ ਮਰਜ਼ਾਦਾ ਹੈ। ਜਿਸ ਤਰ੍ਹਾਂ ਦਾ ਅੰਨ ਹੋਏਗਾ ਉਸ ਤਰ੍ਹਾਂ ਦਾ ਸੰਗਤ ਜੀ ਸਾਡਾ ਮਨ ਹੋਏਗਾ। ਜਿੰਨਾ ਸ਼ੁੱਧ ਪਵਿੱਤਰ ਸਾਡਾ ਅੰਨ ਹੋਏਗਾ ਨਾ ਜੀ, ਉਹ ਫਿਰ ਹੌਲੀ ਹੌਲੀ ਮਨ ਉੱਤੇ ਵੀ ਅਸਰ ਪੈਂਦਾ ਹੈ। ਸੋ ਮਹਾਰਾਜ ਗਰੀਬ ਨਵਾਜ ਜੀ ਦੀ ਹਜ਼ੂਰੀ ਵਿੱਚ ਜਦੋਂ ਚੌਥਾ ਪਹਿਰ ਦਿਨ ਦਾ ਹੁੰਦਾ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਕਥਾ ਹੁੰਦੀ ਹੈ। ਕਥਾ ਤੋਂ ਬਾਅਦ ਫਿਰ ਸ਼ਾਮ ਦਾ ਨਿਤਨੇਮ ਸਤਸੰਗ ਹੁੰਦਾ। ਸਾਰਾ ਦਿਨ ਸੰਗਤਾਂ ਆਉਂਦੀਆਂ ਹਨ।
ਦਰਸ਼ਨ ਕਰਦੀਆਂ ਹਨ, ਲਾਹੇ ਪ੍ਰਾਪਤ ਕਰਦੀਆਂ ਹਨ। ਹੁਣ ਇਹਦੇ ਤੋਂ ਅੱਗੇ ਮਹਾਰਾਜ ਜੀ ਦੀ ਕਥਾ ਪਿਆਰ ਨਾਲ ਸਰਵਣ ਕਰੋ। ਸਾਰੀਆਂ ਸਿੱਖ ਸੰਗਤਾਂ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਜਿਮ ਬਿਹੰਗ ਦਰਵੇਸ਼ ਹੋਇ ਸੰਚੇ ਨਾ ਕਰੇ ਹੈ, ਨਿਤ ਨਵੀਨ ਲੈ ਕਰ ਅਚੈ ਈਸ਼ਰ ਤਿਨ ਦੈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਇੱਕ ਪੰਛੀ ਤੇ ਇੱਕ ਦਰਵੇਸ਼ ਲੋਕ ਇਹ ਸਟੋਰ ਨਹੀਂ ਕਰਕੇ ਰੱਖਦੇ, ਇਕੱਠਾ ਨਹੀਂ ਕਰਕੇ ਰੱਖਦੇ ਜੀ। ਉਹਨਾਂ ਨੂੰ ਆਸ ਹੁੰਦੀ ਹੈ ਜਿਸ ਰੱਬ ਨੇ ਸਾਨੂੰ ਅੱਜ ਦਿੱਤਾ ਉਹ ਕੱਲ ਵੀ ਦੇਗਾ, ਕੱਲ ਵੀ ਦੇਗਾ। ਉਹ ਪਰਮੇਸ਼ਰ ਉੱਤੇ ਆਸ ਰੱਖਦੇ ਆ। ਹਾਂਜੀ। ਘਰ ਮੈਂ ਰਹਿ ਨ ਅੰਨ ਧਨ ਨਹਿ ਬਸਤਰ ਬਧੀਕਾ, ਹਾਂਜੀ। ਕਰਿਓ ਨੇਮ ਸ਼੍ਰੀ ਸਤਿਗੁਰੂ ਐਸੀ ਬਿਦਨੀਕਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨੇਮ ਸੀਗਾ। ਮਹਾਰਾਜ ਨੇ ਕਹਿਣਾ ਭਾਈ ਜਿੰਨੇ ਲੰਗਰ ਤਿਆਰ ਕਰਾਉਣਾ ਹੈ ਨਾ, ਲੰਗਰ ਵਿੱਚ ਸੇਵਾ ਪਾਉਣੀ, ਤੜਕੇ ਆਓ, ਉਦੋਂ ਜੋ ਬਣਦਾ ਦਿਓ। ਇਹ ਨਹੀਂ ਵੀ ਵਾਧੂ ਲੈ ਲੈ ਕੇ ਰੱਖਣਾ ਜਾਂ ਵਾਧੂ ਬਣਾਉਣਾ, ਨਹੀਂ। ਹਮੇਸ਼ਾ ਤਾਜ਼ਾ ਵਰਤਾਉਂਦੇ ਆ, ਬਸਤਰਾਂ ਦੀ ਕਮੀ ਨਹੀਂ। ਮਹਾਰਾਜ ਖੁੱਲੇ ਬਸਤਰ ਵੀ ਵੰਡ ਦਿੰਦੇ ਆ। ਹਾਂਜੀ। ਵਾਹਿਗੁਰੂ ਸਿੱਖ ਮੁਖ ਜਪੈ ਜਬ ਬਿਲੈ ਸੋ ਦੋਈ। ਇਸ ਤਰੀਕੇ ਨਾਲ ਨੇਮ ਨਿਭਰਿਆ ਜੀ। ਤੇ ਜਦੋਂ ਸਿੱਖ ਆਪਸ ਵਿੱਚ ਮਿਲਦੇ ਆ ਨਾ ਤੇ ਪਿਆਰ ਨਾਲ ਕਹਿੰਦੇ ਜੀ ਵਾਹਿਗੁਰੂ, ਕਹੋ ਪ੍ਰੇਮ ਨਾਲ ਵਾਹਿਗੁਰੂ। ਇੱਕ ਦੂਜੇ ਨੂੰ ਜਦੋਂ ਸਿੱਖ ਮਿਲਦੇ ਆ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ। ਹਾਂਜੀ। ਪੈਰੀ ਪਵਣਾ ਸਤਿਗੁਰੂ ਆਪਸ ਮਹਿ ਦੋਈ। ਤੇ ਜਦੋਂ ਕੋਈ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦਾ ਹੈ ਨਾ ਜੀ, ਉਹ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਰੱਖਦਾ ਹੈ। ਪੈਰੀ ਪਵਣਾ ਸ਼ਬਦ ਬੋਲਦੇ ਆ। ਹਾਂਜੀ। ਜੁਤ ਸਨੇ ਸਿਮਰਨ ਕਰੈ ਗੁਰ ਦਰਸ਼ਨ ਪਾਵੈ। ਬੇਅੰਤ ਸੰਗਤਾਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਰਹੀਆਂ ਹਨ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਹਨ, ਦਰਸ਼ਨ ਕਰ ਰਹੀਆਂ ਹਨ। ਔਰ ਪਤਾ ਕੀ ਹੁੰਦਾ ਹੈ, ਦਰਸ਼ਨ ਕਰਕੇ ਸਿੱਖਾਂ ਨੂੰ ਮਿਲ ਕੇ ਮਨ 'ਚ ਪ੍ਰੇਮ ਪੈਦਾ ਹੁੰਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਜੀ। ਹਾਂਜੀ। ਨਈ ਰੀਤ ਗੁਰ ਸਦਨ ਕੀ ਪੇਖੇ ਜਗਤ ਰਸਾਵੈ। ਜਗਤ ਜਿਹੜਾ ਹੈ ਨਾ ਉਹ ਨਵੀਂ ਰੀਤੀ ਵੇਖ ਵੇਖ ਕੇ ਕਈ ਤੇ ਪ੍ਰਸੰਨ ਹੁੰਦੇ ਆ, ਕਈਆਂ ਨੂੰ ਗੁੱਸਾ ਚੜ੍ਹਦਾ। ਜਿਹੜੇ ਤੇ ਜਾਤ ਦੇ ਅਭਿਮਾਨੀ ਹੈ ਉਹ ਇਸ ਗੱਲੋਂ ਬੜੇ ਦੁਖੀ ਹੁੰਦੇ ਵੀ ਇੱਕੋ ਪੰਗਤ 'ਚ ਬਿਠਾ ਕੇ ਸਾਰਿਆਂ ਨੂੰ ਛਕਾਈ ਜਾਂਦੇ ਆ। ਉਹ ਇਸ ਗੱਲ ਤੋਂ ਬੜੇ ਦੁਖੀ ਹੁੰਦੇ ਆ ਜੀ। ਬਾਕੀ ਗੁਰੂ ਘਰ ਦਾ ਲੰਗਰ ਪ੍ਰੇਮੀ ਵੇਖ ਕੇ ਤੇ ਖੁਸ਼ ਹੁੰਦੇ ਆ, ਪਰ ਈਰਖਾਲੂ ਬੰਦੇ ਸਭ ਥਾਵਾਂ ਤੇ ਹੁੰਦੇ ਜੀ, ਚੁੰਚ ਗਿਆਨੀ ਜੀ। ਹਾਂਜੀ। ਉਹ ਗੁਰਦੁਆਰਿਆਂ ਵਿੱਚ ਵੀ ਹੁੰਦੇ ਆ ਜੀ, ਕਮੇਟੀ ਵਿੱਚ ਵੀ ਕਈ ਵਾਰੀ ਹੋ ਜਾਂਦੇ ਜੀ। ਇਹ ਨਹੀਂ ਬਣਾਉਣਾ ਜੀ, ਇੰਜ ਕਰਨਾ ਜੀ, ਇੰਜ ਨਹੀਂ ਇੰਜ ਕਰਨਾ। ਉਹਨਾਂ ਜੀ ਬੜੇ ਬੜੇ ਤੰਗ ਕਰਨ ਵਾਲੇ, ਗੁੱਸੇ ਹੋਣ ਵਾਲੇ ਬੰਦੇ ਜਿਹੜੇ ਆ ਉਹ ਮਹਾਰਾਜ ਦੀ ਮਰਿਆਦਾ ਵੇਖ ਕੇ ਦੁਖੀ ਹੁੰਦੇ ਜੀ। ਹਾਂਜੀ। ਨਿੰਦਾ ਹੈ ਖਲ ਬਿੰਦੈ ਨਹੀਂ ਇਹ ਮਗ ਨਿਰਬਾਨਾ। ਉਹ ਮੂਰਖ ਫਿਰ ਮਹਾਰਾਜ ਦੀ ਨਿੰਦਾ ਕਰੀ ਜਾਂਦੇ ਜੀ। ਉਹਨਾਂ ਨੂੰ ਇਹ ਨਹੀਂ ਪਤਾ ਇਹ ਸਤਿਗੁਰੂ ਜੀ ਦੀ ਸਿੱਖੀ ਦਾ ਜਿਹੜਾ ਰਸਤਾ ਹੈ ਇਹ ਕਲਿਆਣਕਾਰੀ ਹੈ, ਕਲਿਆਣਕਾਰੀ ਹੈ। ਇਹਦੇ ਨਾਲ ਭਲਾ ਹੋਣਾ ਸਾਡਾ। ਹਾਂਜੀ। ਕਲਮ ਹੈ ਭਗਤ ਸੋ ਮੁਕਤ ਦਾ ਧਰਮ ਨਾ ਕੋ ਆਨਾ। ਬਸ ਕਲਯੁਗ ਵਿੱਚ ਮੁੱਖ ਧਰਮ ਕੀ ਹੈ? ਮੁੱਖ ਧਰਮ ਹੈ ਭਗਤੀ, ਪਰਮੇਸ਼ਰ ਦਾ ਨਾਮ। ਪਰ ਉਹਨਾਂ ਨੂੰ ਕੋਈ ਮਤਲਬ ਨਹੀਂ ਨਿੰਦਾ ਕਰਨ ਵਾਲਿਆਂ ਨੂੰ ਜੀ। ਹਾਂਜੀ। ਪੁੰਨ ਸਤਿਗੁਰ ਇਮ ਨੇਮ ਕੀਏ ਚਹੁ ਵਰਨ ਮਝਾਰਾ। ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰੇ ਵਰਨ ਬਰਾਬਰ ਕੀਤੇ ਜੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਸਾਰਿਆਂ ਨੂੰ ਬਰਾਬਰ ਉਪਦੇਸ਼ ਦਿੰਦੇ ਸਨ ਗੁਰੂ ਅਮਰਦਾਸ ਜੀ। ਹਾਂਜੀ। ਆਸ਼ਰਮ ਧਾਰੀ ਹੋਏ ਕੋ ਆਵੈ ਦਰਬਾਰਾ। ਹਾਂਜੀ। ਪ੍ਰਥਮ ਦੇਗ ਮੈਂ ਜਾਏ ਕੈ ਭੋਜਨ ਕੋ ਖਾਵੈ। ਤੇ ਜਦੋਂ ਮਹਾਰਾਜ ਹਜੂਰ ਗਰੀਬ ਨਵਾਜ ਜੀ ਦੀ ਹਜੂਰੀ ਵਿੱਚ ਕੋਈ ਆਉਣਾ ਤੇ ਗੁਰੂ ਸਾਹਿਬ ਜੀ ਦੀ ਮਰਿਆਦਾ ਸੀ ਪਿਆਰਿਓ, ਪਹਿਲਾਂ ਜਾ ਕੇ ਭੋਜਨ ਛਕੋ ਤੇ ਫਿਰ ਸੰਗਤ ਵਿੱਚ ਆਉਣਾ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੇਲੇ ਨਾ ਇੱਕ ਬੋਲਾ ਪ੍ਰਚਲਿਤ ਹੋਇਆ ਸੀਗਾ, ਪਹਿਲੇ ਪੰਗਤ ਪਾਛੇ ਸੰਗਤ।
ਜਿਹੜਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਉਹਦਾ ਮਨ ਨੀਵਾਂ ਹੋਏਗਾ ਜੀ, ਤੇ ਫਿਰ ਸੰਗਤ ਵਿੱਚ ਆ ਕੇ ਵੀ ਮਨ ਨੀਵਾਂ ਹੋਏਗਾ। ਸੋ ਮਹਾਰਾਜ ਨੇ ਇਹ ਮਰਿਆਦਾ ਬਣਾਈ, ਪ੍ਰਥਮ ਦੇਗ ਮਹਿ ਜਾਏ ਕੈ ਭੋਜਨ ਕੋ ਖਾਵੈ। ਭਾਈ ਪਹਿਲਾਂ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕੋ, ਪੁੰਨ ਦਰਸ਼ਨ ਗੁਰ ਕੋ ਕਰੈ ਚਲ ਕਰ ਢਿਗ ਜਾਵੈ। ਫਿਰ ਜਾ ਕੇ ਭਾਈ ਮਹਾਰਾਜ ਜੀ ਦੇ ਦਰਸ਼ਨ ਕਰੋ। ਪਹਿਲਾਂ ਹੀ ਬਾਹਰ ਸੇਵਾਦਾਰ ਖਲੋਤੇ ਹੁੰਦੇ ਸਨ, ਪਹਿਲਾਂ ਲੰਗਰ ਛਕੋ ਫਿਰ ਆਇਓ ਅੰਦਰ। ਤੇ ਮੈਂ ਤਾਂ ਹੁਣ ਵੀ ਸੰਗਤਾਂ ਨੂੰ ਬੇਨਤੀ ਕਰਦਾ ਹੁੰਦਾ, ਜਿਹੜੇ ਦਾਸ ਨਾਲ ਜਾਂ ਆਪਾਂ ਸੰਗਤਾਂ ਇਕੱਠੇ ਗੋਇੰਦਵਾਲ ਸਾਹਿਬ ਜਾਈਏ ਤੇ ਬੇਨਤੀ ਕਰੀਦੀ ਵੀ ਪਹਿਲਾਂ ਇੱਥੇ ਆ ਕੇ ਲੰਗਰ ਛਕਣਾ ਤੇ ਫਿਰ ਦਰਬਾਰ ਵਿੱਚ ਜਾਣਾ ਜੀ। ਮਰਜ਼ਾਦਾ ਤੇ ਗੁਰੂ ਸਾਹਿਬ ਦੀ ਬਣਾਈ ਨਾ ਜੀ। ਹਾਂਜੀ। ਜੋ ਨਹਿ ਅਚੈ ਆਹਾਰ ਕੋ ਸੁਚ ਸੰਜਮਵੰਤਾ। ਤੇ ਜਿਹੜਾ ਆ ਕੇ ਬਹੁਤਾ ਹੀ ਆਪਣੀ ਮਰਿਆਦਾ ਦੱਸੇ ਜੀ, ਮੈਂ ਤੇ ਬੜੀ ਸੁਚਮ ਵਾਲਾ ਹਾਂ ਜੀ, ਮੈਂ ਸੰਗਤ ਵਿੱਚ ਨਹੀਂ ਬੈਠਣਾ, ਮੈਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਣਾ। ਹਾਂਜੀ। ਤਿਸ ਕੋ ਦਰਸ਼ਨ ਹੋਤ ਨਹਿ ਹਟ ਘਰ ਮਤ ਮੰਤਾ। ਤੇ ਮਹਾਰਾਜ ਗਰੀਬ ਨਵਾਜ ਜੀ ਨੇ ਕਿਹਾ ਸੀ ਉਹਨੂੰ ਦਰਸ਼ਨ ਹੀ ਨਹੀਂ ਆਉਣੇ, ਉਹ ਇੰਝ ਹੀ ਘਰ ਜਾਵੇ। ਜਿਹੜਾ ਲੰਗਰ ਵਿੱਚ ਆ ਕੇ ਪਹਿਲਾਂ ਪ੍ਰਸ਼ਾਦਾ ਨਹੀਂ ਸੀ ਨਾ ਛਕਦਾ, ਪੰਗਤ ਵਿੱਚ ਬੈਠ ਕੇ ਉਹਨੂੰ ਸਤਿਗੁਰੂ ਦੇ ਦਰਸ਼ਨ ਨਹੀਂ ਸੀ ਹੁੰਦੇ। ਤੇ ਪਿਆਰਿਓ, ਅਕਬਰ ਆਇਆ, ਅਕਬਰ ਨੂੰ ਆ ਕੇ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਪਿਆ, ਫਿਰ ਉਹ ਗੁਰੂ ਅਮਰਦਾਸ ਜੀ ਨੂੰ ਮਿਲਿਆ ਜੀ। ਹਾਂਜੀ। ਆਸ਼ਰਮ ਬਰਨ ਜੇ ਭੇਦ ਮੈਂ ਨਹਿ ਮਿਲੈ ਹਦੂਰਾ। ਜਿਹੜੇ ਮਨੁੱਖ ਆਪਣੇ ਆਸ਼ਰਮ ਦਾ, ਜਾਤ ਦਾ ਮਾਣ ਕਰਦੇ ਨਾ ਜੀ, ਉਹ ਤੇ ਮਿਲ ਹੀ ਨਹੀਂ ਪਾਉਂਦੇ ਮਹਾਰਾਜ ਨੂੰ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਕਿਉਂਕਿ ਉਹਨਾਂ ਪੰਗਤ 'ਚ ਪ੍ਰਸ਼ਾਦਾ ਨਹੀਂ ਛਕਣਾ, ਉਹ ਮਿਲ ਹੀ ਨਹੀਂ ਪਾਉਂਦੇ ਜੀ ਮਹਾਰਾਜ ਨੂੰ। ਹਾਂਜੀ। ਖਾਵਹਿ ਕੁਨ ਕਾ ਦੇਗ ਕੋ ਦਰਸੈ ਗੁਰ ਪੂਰਾ। ਬਸ ਮਹਾਰਾਜ ਨੇ ਮਰਜ਼ਾਦਾ ਬਣਾ ਦਿੱਤੀ ਸੀ ਵੀ ਦਰਬਾਰ ਵਿੱਚ ਉਹ ਆਏਗਾ ਜਿਹੜਾ ਲੰਗਰ ਵਿੱਚ ਜਾਏਗਾ। ਕਈ ਕਹਿੰਦੇ ਜੀ ਅਸੀਂ ਰੱਜੇ ਆ, ਅਸੀਂ ਨਹੀਂ ਛਕਣਾ, ਤੇ ਮਹਾਰਾਜ ਨੇ ਮਰਿਆਦਾ ਬਣਾ ਦਿੱਤੀ, ਖਾਵਹਿ ਕੁਨ ਕਾ ਦੇਗ ਕੋ। ਭਾਵੇਂ ਥੋੜਾ ਛਕ ਲਓ, ਪਰ ਛਕ ਕੇ ਆਓਗੇ ਫਿਰ ਦਰਸ਼ਨ ਹੋਣਗੇ। ਤੇ ਸੰਗਤਾਂ ਸੁਣ ਲਓ, ਜਿਉਂ ਜਾਣਾ ਗੋਇੰਦਵਾਲ ਸਾਹਿਬ ਪਹਿਲਾਂ ਲੰਗਰ 'ਚ ਜਾਇਆ ਕਰੋ। ਹਾਂਜੀ। ਨਿਤ ਪ੍ਰਤ ਅੰਨ ਹੈ ਅੰਨ ਕੋ ਸਿੱਖ ਸੇਵਕ ਜੋਈ। ਸੋ ਇਸ ਤਰੀਕੇ ਨਾਲ ਹਰ ਰੋਜ਼ ਸੇਵਕ ਮਹਾਰਾਜ ਜੀ ਦੇ ਜਿਹੜੇ ਸਿੱਖ ਨੇ, ਉਹ ਪਿਆਰ ਦੇ ਨਾਲ ਅੰਨ ਲਿਆਉਂਦੇ ਤਾਂ ਨਵੇਂ ਸਿਰਿਓਂ ਬਣਦਾ ਰੋਜ਼। ਹਾਂਜੀ। ਹੋਤ ਦੇਗ ਬਿਨ ਤੋਟ ਕੇ ਖਾਵੈ ਸਭ ਕੋਈ। ਇੰਨੀ ਵੱਡੀ ਗੁਰੂ ਅਮਰਦਾਸ ਜੀ ਦੀ ਕਿਰਪਾ ਵਰਤਦੀ ਸੀ, ਹੁਣ ਵੀ ਵਰਤਦੀ ਹੈ। ਲੰਗਰ 'ਚ ਟੋਟਾ ਹੀ ਨਹੀਂ ਕਦੀ ਆਇਆ ਜੀ। ਕੋਈ ਜਿੰਨਾ ਮਰਜ਼ੀ ਛਕ ਲੇ, ਲੰਗਰ ਵਿੱਚ ਟੋਟਾ ਨਹੀਂ ਸੀ ਆਉਂਦਾ ਜੀ। ਹਾਂਜੀ। ਬਿਦਤ ਭਏ ਸਭ ਦੇਸ਼ ਮੈਂ ਸੁਨ ਸੁਨ ਸਿੱਖ ਆਵੈ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਓ ਜੀ, ਮਹਾਰਾਜ ਜੀ ਦੀਆਂ ਸਿਫਤਾਂ ਫੈਲ ਗਈਆਂ, ਗੁਰੂ ਅਮਰਦਾਸ ਜੀ ਦੀਆਂ। ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ। ਸ਼੍ਰੀ ਨਾਨਕ ਕੇ ਸਮੇਂ ਕੇ ਪਹੁੰਚੈ ਦਰਸਾਵੈ। ਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਸੀਗੇ, ਭਾਵੇਂ ਕੋਈ ਤਲਵੰਡੀ ਵਾਲਾ ਤੇ ਭਾਵੇਂ ਸ੍ਰੀ ਕਰਤਾਰਪੁਰ ਸਾਹਿਬ ਵਾਲਾ, ਸਾਰੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਗੋਇੰਦਵਾਲ ਸਾਹਿਬ ਕਰਨ ਲੱਗੇ ਜੀ। ਹਾਂਜੀ। ਸ਼੍ਰੀ ਅੰਗਦ ਮਹਿਮਾ ਲਖ ਹੈ ਜੇ ਦਰਸ ਕਰਨ ਤੇ। ਹਾਂਜੀ। ਸਭ ਆਵੈ ਸ਼੍ਰੀ ਅਮਰ ਢਿਗ ਤਿਨ ਥਾਨ ਲਖੰਤੇ। ਕਈ ਪ੍ਰੇਮੀ ਐਸੇ ਸਨ ਜਿਹੜੇ ਗੁਰੂ ਅੰਗਦ ਸਾਹਿਬ ਜੀ ਕੋ ਵੀ ਆਉਂਦੇ ਰਹੇ, ਤੇ ਜਦੋਂ ਮਹਾਰਾਜ ਦਾ ਪਤਾ ਲੱਗਾ ਬੜੀ ਭਾਵਨਾ ਨਾਲ ਗੋਇੰਦਵਾਲ ਸਾਹਿਬ ਪਹੁੰਚਣ ਲੱਗੇ। ਇਹੋ ਜਿਹੇ ਪ੍ਰੇਮੀ ਨਾ ਲਾਭ ਖੱਟਦੇ ਜੀ। ਹਾਂਜੀ। ਜੁੜਨਾ ਤੇ ਗੁਰੂ ਨਾਲ ਹੈ ਜੀ, ਕਿਸੇ ਵਿਅਕਤੀ ਨਾਲ ਥੋੜ੍ਹੀ ਜੁੜਨਾ ਜੀ, ਕਿਸੇ ਥਾਂ ਨਾਲ ਨਹੀਂ ਜੁੜਨਾ, ਸਤਿਗੁਰੂ ਜੀ ਦੇ ਨਾਲ ਜੁੜਨਾ, ਮਹਾਰਾਜ ਜੀ ਦੇ ਨਾਲ ਜੁੜਨਾ। ਹਾਂ, ਜਿਹੜੇ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਨੇ, ਉਹਨਾਂ ਤੇ ਜਾ ਕੇ ਸਿਰ ਝੁਕਾਉਣਾ, ਦਰਸ਼ਨ ਕਰਨੇ। ਹਾਂਜੀ। ਧਰਹਿ ਕਾਮਨਾ ਔਰ ਬਿਖੈ ਬਿਨ ਕਹੇ ਸੋ ਪਾਵੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਓ, ਮਹਾਰਾਜ ਦੀ ਇੰਨੀ ਰਹਿਮਤ ਬਖਸ਼ਿਸ਼ ਵਰਤਦੀ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ, ਕੋਈ ਹਿਰਦੇ 'ਚ ਕਾਮਨਾ ਰੱਖਦਾ ਜੀ, ਮੁੱਖੋਂ ਨਹੀਂ ਬੋਲਦਾ, ਤੇ ਮਹਾਰਾਜ ਤਾਂ ਵੀ ਪੂਰੀ ਕਰ ਦਿੰਦੇ ਸੀ ਉਹਦੀ ਜੀ। ਹਾਂਜੀ। ਜੋ ਅਰਪਤ ਹੈ ਆਨ ਕਰ ਬਹੁ ਬਿਨੈ ਅਲਾਵੈ। ਬਸ ਕੋਈ ਆ ਕੇ ਮਹਾਰਾਜ ਜੀ ਨੂੰ ਚੜਾਵਾ ਚੜਾਵੇ, ਬੇਨਤੀ ਕਰੇ, ਤੇ ਮਹਾਰਾਜ ਦੀ ਇੱਕ ਮਰਿਆਦਾ ਸੀ ਜੀ।
ਹਾਂਜੀ। ਏਕ ਦਿਵਸ ਕੇ ਖਰਚ ਕੋ ਲੈਵੈਂ ਤਿੰਨ ਪਾਸੇ। ਮਹਾਰਾਜ ਉਹਨਾਂ ਨੂੰ ਕਹਿੰਦੇ ਸੀ, ਪਿਆਰਿਓ ਇੱਕ ਦਿਨ ਦਾ ਖਰਚ ਰੱਖੋ, ਕੱਲ ਦਾ ਕੱਲ ਲੈ ਕੇ ਆਇਓ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਇਕੱਠੇ ਕਰਦੇ ਆ। ਤੇ ਇਹਨਾਂ ਗੱਲਾਂ ਬੜੀਆਂ ਦੂਰ ਦੀਆਂ ਨੇ, ਬੜੇ ਭਰੋਸੇ ਵਾਲੀਆਂ ਗੱਲਾਂ ਨੇ। ਸਾਡੇ ਵਿੱਚ ਭਰੋਸੇ ਦੀ ਕਮੀ ਹੁੰਦੀ ਹੈ। ਤੇ ਪਿਆਰਿਓ ਆਪਾਂ ਕਿੰਨੇ ਕਿੰਨੇ ਯਤਨ ਕਰਦੇ, ਬੈਂਕਾਂ ਵਿੱਚ ਵੀ ਜਮ੍ਹਾਂ ਕਰਾਉਂਦੇ, ਗੁਰੂ ਘਰ ਦੇ ਪੈਸੇ ਵੀ ਬੈਂਕਾਂ 'ਚ ਜਮ੍ਹਾਂ ਕਰਾ ਦਿੰਦੇ ਜੀ, ਗੁਰੂ ਘਰ ਦੇ ਵੀ ਜੀ। ਪਰ ਗੱਲ ਭਰੋਸੇ ਦੀ ਹੈ। ਕੁਝ ਸਥਾਨ ਐਸੇ ਨੇ, ਮੈਨੂੰ ਇੰਗਲੈਂਡ ਵਿੱਚ ਵੀ ਦੱਸਿਆ, ਜਿੱਥੇ ਉਹ ਮਾਇਆ ਚੜ੍ਹਨ ਹੀ ਨਹੀਂ ਦਿੰਦੇ ਜੀ। ਸਾਰਾ ਕੰਮ ਸੰਗਤਾਂ ਕਰਦੀਆਂ, ਗੋਲਕ ਨਹੀਂ ਰੱਖੀ ਉਹਨਾਂ ਨੇ ਜੀ। ਜੇ ਗੁਰੂ ਅਮਰਦਾਸ ਜੀ ਨੂੰ ਕੋਈ ਮਾਇਆ ਦਿੰਦਾ ਨਾ, ਮਹਾਰਾਜ ਕਹਿੰਦੇ ਇੱਕ ਦਿਨ ਦੇ ਲੰਗਰ ਦੀ ਰੱਖ ਦਿਓ, ਬਾਕੀ ਮਾਇਆ ਕੱਲ ਨੂੰ ਲੈ ਕੇ ਆਇਓ। ਇਹ ਮਹਾਰਾਜ ਜੀ ਦੀ ਮਰਿਆਦਾ ਸੀ। ਹਾਂਜੀ। ਔਰ ਹਟਾਏ ਸੋ ਦੇਤ ਤਿੰਨ ਨਹਿ ਰੱਖੈ ਅਵਾਸੇ। ਬਾਕੀ ਮਹਾਰਾਜ ਮਾਇਆ ਮੋੜ ਦਿੰਦੇ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਇਆ ਮੋੜ ਦਿੰਦੇ ਸਨ, ਰੱਖਦੇ ਨਹੀਂ ਸਨ ਮਹਾਰਾਜ ਮਾਇਆ। ਹਾਂਜੀ। ਬਿਦਤ ਹੈ ਦਿਨ ਪ੍ਰਤ ਅਧਿਕ ਹੀ ਨਿਤ ਭਗਤ ਪ੍ਰਕਾਸ਼ੇ। ਦਿਨੋਂ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਸਿੱਧੀ ਹੋ ਗਈ ਜੀ, ਭਗਤੀ ਦਾ ਪ੍ਰਕਾਸ਼ ਹੋਣ ਲੱਗ ਪਿਆ ਜੀ। ਹਾਂਜੀ। ਅਜ਼ਮਤ ਜੁਤ ਜੇ ਕਿਤ ਪਏ ਲਹਿ ਸਿੱਧ ਸੋ ਪਾਸੇ। ਤੇ ਗੁਰੂ ਸਾਹਿਬ ਜੀ ਦੇ ਕੋਲ ਰਹਿ ਰਹਿ ਕੇ ਨਾ ਕਈਆਂ ਕੋਲ ਬਖਸ਼ਿਸ਼ਾਂ ਆ ਗਈਆਂ। ਗੱਜ ਕੇ ਆਖੋ ਵਾਹਿਗੁਰੂ। ਕਈ ਬੜੇ ਬੜੇ ਬ੍ਰਹਮ ਗਿਆਨੀ ਬਣ ਗਏ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਰਹਿ ਕੇ। ਹਾਂਜੀ। ਸੇਵ ਹੈ ਗੁਰ ਪਗ ਕਮਲ ਕੋ ਕਰ ਪ੍ਰੀਤ ਵਿਸਾਲਾ। ਪਰ ਬ੍ਰਹਮ ਗਿਆਨੀ ਬਣ ਕੇ ਵੀ ਨਾ ਸਿੱਖ ਗੁਰੂ ਅਮਰਦਾਸ ਜੀ ਦੀ ਸੇਵਾ ਉਸੇ ਤਰ੍ਹਾਂ ਹੀ ਕਰਦੇ ਰਹੇ ਜੀ, ਪ੍ਰੇਮ ਦੇ ਨਾਲ ਜੀ। ਹਾਂਜੀ। ਸਿਮਰਨ ਹੋਏ ਸਤਨਾਮ ਕੋ ਦਿਨ ਰੈਨ ਸੁਖਾਲਾ। ਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਦਿਨ ਰਾਤ ਇੱਕ ਕੰਮ ਹੁੰਦਾ, ਕਿਹੜਾ? ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ। ਦਿਨ ਰਾਤ ਹੀ ਸਿਮਰਨ ਹੁੰਦਾ ਜੀ। ਹਾਂਜੀ। ਬਸੈ ਪੁਰੀ ਮੈਂ ਆਨ ਕੈ ਬਹੁ ਕੀਨਨ ਕੀਤਾ। ਬੜੀਆਂ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਚ ਘਰ ਬਣਾ ਕੇ ਰਹਿਣ ਲੱਗ ਪਈਆਂ ਜੀ। ਕੇਤਕ ਭਈ ਦੁਕਾਨ ਤਹਿ ਬਹੁ ਬਨਜ ਸਮੇਤਾ। ਲਓ ਜੀ, ਜਿੱਥੇ ਸਤਿਗੁਰੂ ਬੈਠੇ ਮੰਗਲ ਤੇ ਲੱਗਣਾ ਹੀ ਹੈ ਨਾ। ਉੱਥੇ ਮਹਾਰਾਜ ਤੇ ਜੰਗਲ ਵਿੱਚ ਬਹਿਣ, ਉੱਥੇ ਮੰਗਲ ਲੱਗ ਜਾਂਦੇ ਜੀ। ਦੁਕਾਨਾਂ ਬਣ ਗਈਆਂ, ਸੰਗਤਾਂ ਆਉਣ ਲੱਗ ਪਈਆਂ। ਹਾਂਜੀ। ਸਭ ਹਿਨ ਕੀ ਗੁਜ਼ਰਾਨ ਹੋਏ ਥੁਰ ਹੈ ਨਹੀਂ ਕੋਈ। ਹਰ ਇੱਕ ਦਾ ਗੁਜ਼ਾਰਾ ਹੋਣ ਲੱਗ ਪਿਆ ਜੀ, ਥੁੜ ਨਹੀਂ ਰਹੀ ਜੀ ਕੋਈ ਗੋਇੰਦਵਾਲ ਸਾਹਿਬ ਤੋਂ। ਚੇਤਾ ਰੱਖਿਓ, ਜਿਸ ਧਰਤੀ ਤੇ ਸੇਵਾ ਤੇ ਸਿਮਰਨ ਦੋਵੇਂ ਚੱਲਦੇ ਹੋਣਗੇ, ਉੱਥੇ ਬਰਕਤ ਹੀ ਬਰਕਤ ਰਹੇਗੀ ਜੀ। ਜਿਸ ਗੁਰਦੁਆਰੇ ਸਿਮਰਨ ਘਟ ਜਾਵੇ, ਜਿਸ ਗੁਰਦੁਆਰੇ ਸੇਵਾ ਦਾ ਪਹਿਰਾ ਘਟ ਜਾਵੇ, ਪਿਆਰਿਓ ਬਰਕਤ ਉੱਥੇ ਵੀ ਨੀਚੇ ਰਹਿੰਦੀ। ਮੈਨੂੰ ਮਾਫ ਕਰਿਓ, ਬਰਕਤ ਸੇਵਾ ਤੇ ਸਿਮਰਨ ਦੀ ਹੈ। ਬੜੇ ਬੜੇ ਅਸਥਾਨ ਬਣੇ ਪਏ ਆ, ਸਾਰੀ ਦਿਹਾੜੀ ਉੱਥੇ ਕੋਈ ਨਹੀਂ ਆਉਂਦਾ ਜੀ। ਨਾ ਕਥਾ ਹੁੰਦੀ ਹੈ, ਨਾ ਕੀਰਤਨ ਹੁੰਦਾ, ਬਸ ਸਵੇਰੇ ਨਿਤਨੇਮ ਕਰ ਦਿੰਦੇ ਆ। ਕੋਈ ਆਉਂਦਾ ਜਾਉਂਦਾ ਨਹੀਂ, ਕੋਈ ਲੰਗਰ ਨਹੀਂ ਲੱਗਿਆ। ਪਰ ਮਹਾਰਾਜ ਦੀ ਹਜ਼ੂਰੀ ਵਿੱਚ ਬੇਅੰਤੀ ਲੰਗਰ, ਨਾਮ ਸਿਮਰਨ ਅੱਠੇ ਪਹਿਰ ਹੀ ਚੱਲਣ ਲੱਗਾ। ਕਿਸੇ ਗੱਲ ਦੀ ਕਮੀ ਨਹੀਂ ਰਹੀ ਜੀ। ਹਾਂਜੀ। ਬਿਨਾ ਰੋਗ ਸੁਖ ਭੋਗ ਜੁਤ ਬਸ ਬੋ ਤਿਨ ਹੋਈ। ਲਓ ਜੀ, ਪਤਾ ਨਹੀਂ ਐਸੀ ਕਿਹੜੀ ਬਖਸ਼ਿਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕੀਤੀ, ਗੋਇੰਦਵਾਲ ਸਾਹਿਬ ਵਿੱਚ ਰਹਿਣ ਵਾਲੇ ਲੋਕਾਂ ਦੇ ਰੋਗ ਆਪੇ ਹੀ ਦੂਰ ਹੋਣ ਲੱਗ ਪਏ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਸਿਮਰਨ ਦੀ ਤਾਕਤ ਹੁੰਦੀ ਹੈ ਜੀ, ਭਜਨ ਦੀ ਤਾਕਤ ਹੁੰਦੀ ਹੈ। ਜਿਸ ਥਾਂ ਤੇ ਅੱਠੇ ਪਹਿਰ ਸਿਮਰਨ ਚੱਲਦਾ ਹੋਵੇ ਨਾ, ਉੱਥੇ ਜਾ ਕੇ ਹੀ ਬੰਦੇ ਦੇ ਦੁੱਖ ਦੂਰ ਹੋਣ ਲੱਗ ਪੈਂਦੇ ਜੀ। ਹਾਂਜੀ। ਸਿੱਖੀ ਮਗ ਪ੍ਰਗਟਾਏ ਬੇ ਸ਼੍ਰੀ ਸਤਿਗੁਰ ਪੂਰੇ। ਇਸ ਤਰੀਕੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਿੱਖੀ ਦਾ ਰਸਤਾ ਪ੍ਰਗਟ ਕੀਤਾ। ਹਜ਼ਾਰਾਂ ਸਿੱਖ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੀਆਂ। ਹਾਂਜੀ। ਦੇਹ ਦਰਸ ਬਹੁ ਸੰਗਤਾਂ ਸਿੱਖਿਅਨ ਇੱਛ ਪੂਰੇ। ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਵੀ ਦੇਣ ਲੱਗੇ
ਤੇ ਸੰਗਤਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ। ਗੱਜ ਕੇ ਆਖੋ ਵਾਹਿਗੁਰੂ। ਆਮ ਸਾਡੇ ਵਰਗਾ ਬੰਦਾ ਤਾਂ ਇੱਥੇ ਹੀ ਅਟਕਿਆ ਹੁੰਦਾ ਜੀ। ਸਾਡੀ ਆਸ ਪੂਰੀ ਹੋ ਜੇ, ਸਾਡੀ ਮੰਗ ਪੂਰੀ ਹੋ ਜੇ। ਹਾਂਜੀ। ਇੱਕ ਦਿਨ ਬੱਲੂ ਖਰੇ ਹੋਏ ਨਿਜ ਅਰਜ਼ ਗੁਜ਼ਾਰੀ। ਇੱਕ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਬੱਲੂ ਜੀ, ਜਿਹੜੇ ਸੱਚੇ ਪਾਤਸ਼ਾਹ ਜੀ ਦੇ ਗੜਵਈ ਹਨ, ਨਿੱਜੀ ਸੇਵਕ ਹਨ, ਮਹਾਰਾਜ ਨੂੰ ਬੇਨਤੀ ਕਰਨ ਲੱਗੇ। ਸੁਨਹੁ ਪ੍ਰਭੂ ਪਾਤਸ਼ਾਹੋ ਤੁਮ ਸਿੱਖ ਪੀਰ ਬਿਦਾਈ। ਹੇ ਸੱਚੇ ਪਾਤਸ਼ਾਹ ਮਹਾਰਾਜ, ਮਹਾਰਾਜ ਆਪ ਜੀ ਸਾਰਿਆਂ ਦੇ ਦੁੱਖ ਦੂਰ ਕਰਦੇ ਹੋ। ਸਾਰਿਆਂ ਦੇ ਦੁੱਖ ਦੂਰ ਵੀ ਕੀਤੇ ਤੁਸਾਂ ਮਹਾਰਾਜ। ਹਾਂਜੀ। ਚਾਰ ਬਰਨ ਕੇ ਲੋਕ ਗਨ ਬਸ ਬੇਹਿਤ ਆਏ। ਇੱਥੇ ਮਹਾਰਾਜ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਸਾਰੇ ਹੀ ਆ ਗਏ ਗੋਇੰਦਵਾਲ ਸਾਹਿਬ 'ਚ। ਸਾਰੇ ਆ ਕੇ ਆਪਣਾ ਘਰ ਬਣਾਉਣਾ ਚਾਹੁੰਦੇ ਆ। ਹਾਂਜੀ। ਨੀਕੇ ਬਨੇ ਨਕੇਤ ਨਹਿ ਜਾਂ ਤੇ ਅਕੁਲਾਏ। ਹਰ ਕੋਈ ਚਾਹੁੰਦਾ ਹੈ ਵੀ ਸਾਡਾ ਘਰ ਬਣੇ, ਸਾਡਾ ਇੱਥੇ ਵਧੀਆ ਘਰ ਬਣੇ। ਹਾਂਜੀ। ਚਰਨ ਭਰੋਸੇ ਆਪ ਕੇ ਇਹ ਆਨ ਬਸੇ ਹੈ। ਤੇ ਮਹਾਰਾਜ ਇਹ ਸਾਰੇ ਜੇ ਆਏ ਹੈ ਇਸ ਨਗਰ ਵਿੱਚ, ਤੇ ਮਹਾਰਾਜ ਆਪ ਜੀ ਦੇ ਭਰੋਸੇ ਆਏ ਨੇ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਗ੍ਰਹਿ ਮੰਦਰ ਸੁੰਦਰ ਬਿਨਾ ਸੁਖ ਨਹੀਂ ਰਸੇ ਹੈ। ਤੇ ਮਹਾਰਾਜ ਹੁਣ ਇਹਨਾਂ ਦੇ ਘਰ ਵੀ ਵਧੀਆ ਬਣਨ। ਵਧੀਆ ਘਰ ਨਾ ਹੋਏ ਤੇ ਸੁੱਖ ਕਿਵੇਂ ਮਿਲੇਗਾ ਮਹਾਰਾਜ? ਵੱਡਾ ਸੁੱਖ ਤੇ ਘਰ ਦਾ ਹੀ ਹੈ ਨਾ ਸਾਰਿਆਂ ਨੂੰ। ਹਾਂਜੀ। ਕਿਰਪਾ ਹੋਏ ਜਬ ਆਪ ਕੀ ਘਰ ਉਸਰਹਿ ਸਾਰੇ। ਤੇ ਮਹਾਰਾਜ ਬੜੇ ਲੋਕ ਐਸੇ ਜਿਨ੍ਹਾਂ ਦੇ ਅਜੇ ਘਰ ਬਣੇ ਨਹੀਂ ਇੱਥੇ, ਤੇ ਜਦੋਂ ਆਪ ਜੀ ਮਿਹਰ ਕਰੋਗੇ ਤੇ ਮਹਾਰਾਜ ਉਹਨਾਂ ਦੇ ਵੀ ਘਰ ਬਣਨਗੇ। ਹਾਂਜੀ। ਨਰ ਨਾਰੀ ਸੁਖ ਪਾਏ ਰਹਿ ਆਪਣੇ ਪਰਿਵਾਰੇ। ਸੱਚੇ ਪਾਤਸ਼ਾਹ ਮਿਹਰ ਕਰੋ, ਮਕਾਨ ਬਣਨ, ਲੋਕ ਰਹਿਣ, ਆਪਣੇ ਪਰਿਵਾਰਾਂ ਵਿੱਚ ਸੁਖੀ ਰਹਿਣ। ਹਾਂਜੀ। ਪ੍ਰਾਪਤ ਵਸਤੂ ਅਪਰ ਸਭ ਕਾਸ਼ਟ ਨਹਿ ਪਾਵੈ। ਮਹਾਰਾਜ ਕਹਿਣ ਲੱਗੇ ਕਿਹੜੀ ਵਸਤੂ ਦੀ ਕਮੀ ਹੈ? ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੇ ਭਾਈ ਬੱਲੂ ਜੀ ਕਹਿਣ ਲੱਗੇ ਸਤਿਗੁਰੂ ਬਾਕੀ ਤੇ ਸਾਰਾ ਕੁਝ ਮਿਲ ਗਿਆ, ਲੱਕੜਾਂ ਨਹੀਂ ਮਿਲ ਰਹੀਆਂ, ਲੱਕੜਾਂ ਨਹੀਂ ਮਿਲ ਰਹੀਆਂ। ਹਾਂਜੀ। ਦੀਰਗ ਦਾਰ ਬਹੀਨ ਘਰ ਕੈਸੇ ਉਸਰਾਵੈ। ਮਹਾਰਾਜ ਕਹਿਣ ਲੱਗੇ ਲੱਕੜਾਂ ਤੇ ਬਹੁਤ ਨੇ, ਪਰ ਭਾਈ ਬੱਲੂ ਜੀ ਕਹਿਣ ਲੱਗੇ ਮਹਾਰਾਜ ਲੰਮੀ ਦਿਆਰ ਜਿਹੜੀ ਹੁੰਦੀ ਉਹਦੀ ਲੱਕੜ ਚਾਹੀਦੀ ਹੈ, ਚਗਾਠਾਂ ਪਾਉਣ ਲਈ, ਵਾਹਿਗੁਰੂ ਬਾਲੇ ਪਾਉਣੇ ਹੁੰਦੇ ਜੀ ਉੱਤੇ, ਉਹੋ ਜੀ ਲੱਕੜ ਨਹੀਂ ਮਿਲ ਰਹੀ ਮਹਾਰਾਜ। ਹਾਂਜੀ। ਸ਼ਰਨ ਪਰੇ ਸਭ ਆਪ ਕੀ ਆਨ ਨਾ ਵਿਸ਼ਵਾਸਾ। ਤੇ ਮਹਾਰਾਜ ਹੁਣ ਆਏ ਵੀ ਤੁਹਾਡੀ ਹਜ਼ੂਰੀ ਵਿੱਚ ਹੈ, ਤੁਹਾਡੇ ਭਰੋਸੇ ਆਏ ਨੇ ਇੱਥੇ, ਹੋਰ ਕੋਈ ਇਹਨਾਂ ਦਾ ਆਸਰਾ ਵੀ ਕੋਈ ਨਹੀਂ। ਜ਼ਿਕਰ ਕਰਤ ਨਿਤ ਕਾਠ ਕੋ ਨਹਿ ਪਾਵਤ ਪਾਸਾ। ਪਰ ਮਹਾਰਾਜ ਆਪਸ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਸਾਰੇ ਵੀ ਛੱਤਾਂ ਕਿਵੇਂ ਬਣਨਗੀਆਂ, ਬਾਲੇ ਹੀ ਨਹੀਂ ਹੈਗੇ। ਗੱਜ ਕੇ ਆਖੋ ਵਾਹਿਗੁਰੂ। ਛੱਤਾਂ ਕਿਵੇਂ ਬਣਨਗੀਆਂ? ਹਾਂਜੀ। ਸੁਨ ਪ੍ਰਸੰਨ ਸਤ ਗੁਰ ਭਏ ਕਹਿ ਦੀਨ ਦਲਾਸਾ। ਕਾਸ਼ਟ ਆਵੇ ਬਹੁਤ ਅਬ ਕਰ ਦੇਹ ਆਵਾਸਾ। ਸੱਚੇ ਪਾਤਸ਼ਾਹ ਗਰੀਬ ਨਵਾਜ ਨਾ ਬੜੇ ਖੁਸ਼ ਹੋਏ ਜੀ ਭਾਈ ਬੱਲੂ ਜੀ ਦੀ ਗੱਲ ਸੁਣ ਕੇ। ਆਮ ਬੰਦਿਆਂ ਵਾਸਤੇ ਸਮੱਸਿਆ ਜੀ, ਲੱਕੜ ਨਹੀਂ ਮਿਲ ਰਹੀ, ਬਾਲੇ ਪਾਉਣੇ ਆ, ਸਤਿਗੁਰਾਂ ਵਾਸਤੇ ਤਾਂ ਨਹੀਂ ਹੈਗੀ ਜੀ। ਮਹਾਰਾਜ ਖੁਸ਼ ਹੋ ਗਏ ਤੇ ਖੁਸ਼ ਹੋ ਕੇ ਭਾਈ ਬੱਲੂ ਨੂੰ ਕਹਿਣ ਲੱਗੇ ਬੱਲੂ ਲੱਕੜਾਂ ਵੀ ਆ ਜਾਣਗੀਆਂ, ਲੱਕੜਾਂ ਵੀ ਆ ਜਾਣਗੀਆਂ ਤੇ ਛੇਤੀ ਆ ਜਾਣਗੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਣਾ ਲੈਣ ਸਾਰੇ ਘਰ। ਹਾਂਜੀ। ਭਰਾਤਾ ਕੋ ਇੱਕ ਸੁਤ ਹੁਤੋ ਸਾਵਣ ਮਲ ਨਾਮੂ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾ ਭਰਾ ਦਾ ਪੁੱਤਰ ਹੈ, ਕੀ ਲੱਗਾ ਭਲਾ ਰਿਸ਼ਤੇਦਾਰੀ 'ਚ? ਹਾਂਜੀ, ਭਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਭਤੀਜਾ ਹੈ, ਉਹਦਾ ਨਾਮ ਕੀ ਹੈ? ਸਾਵਣ ਮੱਲ। ਹਾਂਜੀ। ਨਿਕਟ ਹਕਾਰਿਓ ਤਾਹੇ ਕੋ ਬੋਲੇ ਸੁਖ ਧਾਮੂ। ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ ਆਪਣੇ ਭਤੀਜੇ ਭਾਈ ਸਾਵਣ ਮੱਲ ਜੀ ਨੂੰ ਸੱਦਿਆ।
ਤੇ ਸੱਦ ਕੇ ਸਤਿਗੁਰੂ ਜੀ ਕਹਿਣ ਲੱਗੇ, ਰਾਜ ਹਰੀਪੁਰ ਕੋ ਜਹਾਂ ਤਹ ਕੋ ਗਮ ਨੀਜੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਮਹਾਰਾਜ ਨੂੰ ਸਭ ਪਤਾ ਜੀ। ਤੁਸੀਂ ਸੁਣਿਆ ਸੀ ਨਾ ਗੁਰੂ ਅੰਗਦ ਦੇਵ ਜੀ ਨੇ ਕੀ ਕਿਹਾ, ਅਮਰਦਾਸ ਜੀ ਤਿੰਨਾਂ ਲੋਕਾਂ ਵਿੱਚ ਜੋ ਵੀ ਕਿਤੇ ਹੋ ਰਿਹਾ, ਕੱਲੇ ਤਿੰਨਾਂ ਲੋਕਾਂ ਵਿੱਚ ਨਹੀਂ, ਪੂਰੇ ਬ੍ਰਹਿਮੰਡ ਵਿੱਚ ਕੀੜੀ ਤੋਂ ਲੈ ਕੇ ਹਾਥੀ ਤੱਕ ਤੁਹਾਨੂੰ ਸਭ ਦੀ ਜਾਣਕਾਰੀ ਹੋਵੇਗੀ। ਕੋਈ ਮਹਾਰਾਜ ਦੀ ਨਜ਼ਰ ਤੋਂ ਓਲੇ ਨਹੀਂ ਚ ਹੈਗਾ। ਮਹਾਰਾਜ ਨੂੰ ਪਤਾ ਲੱਕੜ ਕਿੱਥੋਂ ਮਿਲਣੀ। ਸਤਿਗੁਰੂ ਕਹਿਣ ਲੱਗੇ ਇੱਥੇ ਹਰੀਪੁਰ ਦਾ ਰਾਜ ਹੈ। ਤੇ ਮਹਾਰਾਜ ਕਹਿਣ ਲੱਗੇ ਹਰੀਪੁਰ ਦੇ ਵਿੱਚ ਜਾ। ਹਾਂਜੀ। ਦੀਰਘਦਾਰ ਸਮੂਹ ਜੋ ਨਿਜਪੁਰੀ ਅਨੀਜੈ। ਉਥੋਂ ਲੰਮੀ ਦਿਆਰ ਦੀ ਜਿਹੜੀ ਲੱਕੜ ਹੈ ਉਹ ਮਿਲੇਗੀ। ਵੱਡੇ ਵੱਡੇ ਗੱਠੇ ਪਏ ਮਹਾਰਾਜ ਕਹਿੰਦੇ ਉੱਥੇ। ਸਤਿਗੁਰਾਂ ਨੂੰ ਪਤਾ ਕਿਹੜੀ ਚੀਜ਼ ਕਿੱਥੇ ਪਈ ਹੈ। ਉਹ ਗੱਠੇ ਤੂੰ ਲੈ ਆ। ਬੇੜੇ ਬੰਦੋ ਤਹਾਂ ਤੇ ਸਲਿਤਾ ਮਹਿ ਡਾਰੋ। ਮਹਾਰਾਜ ਕਹਿੰਦੇ ਉੱਥੇ ਲੱਕੜਾਂ ਦੇ ਨਾ ਵੱਡੇ ਵੱਡੇ ਗੱਠੇ ਬੰਨ ਕੇ ਤੇ ਸਾਵਣ ਮੱਲ ਦਰਿਆ ਚ ਪਾ ਦੇਣੇ ਆ। ਉਹ ਆਪੇ ਰੁੜਦੇ ਰੁੜਦੇ ਆ ਜਾਣੇ ਜੀ। ਇਹ ਟਰਾਂਸਪੋਰਟ ਸੀਗੀ ਪੁਰਾਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਹੈਂ ਜੀ ਚੀਜ਼ਾਂ ਆ ਜਾਂਦੀਆਂ ਸਨ ਜੀ। ਹਾਂਜੀ। ਜਾਏ ਬਿਲੰਬ ਨਾ ਲਾਈਐ ਤੂਰੰਤਾ ਧਾਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਵਣ ਮੱਲ ਛੇਤੀ ਜਾ, ਦੇਰ ਨਾ ਲਾ, ਸੰਗਤਾਂ ਦੇ ਘਰ ਬਣਨੇ ਆ। ਆਵਹਿ ਕਾਸ਼ਟ ਬਹੁ ਇਹਾਂ ਨਰ ਲਹਿ ਨਿਕਾਸੇ। ਜਦੋਂ ਉਹ ਲੱਕੜਾਂ ਰੋੜਦੀਆਂ ਇੱਥੇ ਆਉਣਗੀਆਂ, ਆਪੇ ਸਿੱਖ ਸੰਗਤਾਂ ਕੱਢ ਲੈਣਗੀਆਂ। ਕਰਹਿ ਸਦਨ ਨਿਜ ਬਸਨ ਕੋ ਪੁਨ ਲਹਿ ਸੁਖ ਰਾਸੇ। ਸੰਗਤਾਂ ਦੇ ਘਰ ਬਣ ਜਾਣਗੇ, ਛੱਤਾਂ ਪੈ ਜਾਣਗੀਆਂ, ਸੰਗਤਾਂ ਸੁਖੀ ਰਹਿਣਗੀਆਂ। ਹਾਂਜੀ। ਸਾਵਣ ਮੱਲ ਬੋਲਿਓ ਸੁਨਤ ਜੋਰੇ ਜੁਗ ਹਾਥਾ। ਗੱਜ ਕੇ ਆਖੋ ਵਾਹਿਗੁਰੂ। ਸਾਵਣ ਮੱਲ ਜੀ ਨੇ ਦੋਵੇਂ ਹੱਥ ਜੋੜਦੇ, ਸਤਿਗੁਰਾਂ ਦੇ ਭਤੀਜੇ ਨੇ। ਤੇ ਕਹਿਣਾ ਤੇ ਮਹਾਰਾਜ ਨੂੰ ਚਾਚਾ ਜੀ ਜਾਂ ਤਾਇਆ ਜੀ, ਪਰ ਨਹੀਂ, ਹੁਣ ਸਾਰੇ ਸਤਿਗੁਰੂ ਕਹਿੰਦੇ ਆ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਹੈ ਇੱਕ। ਹਾਂਜੀ। ਦਰਬ ਬਿਨਾ ਕਿਮ ਆਏ ਹੈ ਨਹਿ ਨਰਗਨ ਸਾਥਾ। ਮਹਾਰਾਜ ਲੱਕੜਾਂ ਤੇ ਲੈ ਆਵਾਂ, ਪਰ ਨਾ ਮੇਰੇ ਕੋਲੋਂ ਮਾਇਆ ਤੇ ਨਾ ਮੇਰੇ ਕੋਲ ਕੋਈ ਮਨੁੱਖ ਹੈ। ਮੈਂ ਵੱਡੇ ਵੱਡੇ ਗੱਠੇ ਕਿਵੇਂ ਪਾਵਾਂਗਾ ਨਹਿਰ ਵਿੱਚ, ਦਰਿਆ ਵਿੱਚ, ਤੇ ਨਾ ਮੇਰੇ ਕੋਲ ਮਾਇਆ ਮਹਾਰਾਜ। ਹਾਂਜੀ। ਏਕਾਂਕੀ ਹੋ ਜਾਏ ਕੈ ਕਿਆ ਕਰਵ ਉਪਾਏ। ਮਹਾਰਾਜ ਮੈਂ ਕੱਲਾ ਜਾ ਕੇ ਇੰਨਾ ਵੱਡਾ ਕੰਮ ਕਿਵੇਂ ਕਰਾਂਗਾ ਸੱਚੇ ਪਾਤਸ਼ਾਹ। ਪਰਬਤ ਬਾਸੀ ਲੋਕ ਜੇ ਕਿਮ ਕਹਿਓ ਕਮਾਏ। ਤੇ ਮਹਾਰਾਜ ਉਹ ਪਹਾੜੀ ਲੋਕ ਨੇ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਹੁੰਦੇ ਵੀ ਪਹਾੜੀ ਲੋਕ ਨਹੀਂ ਛੇਤੀ ਮੰਨਦੇ ਜੀ। ਤੇ ਕੋਈ ਪਹਾੜੀ ਬੈਠਾ ਹੋਵੇ ਤੇ ਮੈਨੂੰ ਮਾਫ ਕਰ ਦੇਵੇ। ਹਾਂਜੀ। ਗੁੱਸਾ ਨਾ ਕਰ ਲੈ ਕਿਤੇ। ਕਹਿੰਦੇ ਮਹਾਰਾਜ ਉਹ ਮੇਰੀ ਗੱਲ ਕਿੱਥੋਂ ਮੰਨਣਗੇ। ਹਾਂਜੀ। ਗੁਰ ਮਹਿਮਾ ਜਾਣੈ ਨਹੀਂ ਜੇ ਪਰਬਤ ਬਾਸੀ। ਬਾਕੀ ਮਹਾਰਾਜ ਉਹਨਾਂ ਨੂੰ ਆਪ ਜੀ ਦੀ ਮਹਿਮਾ ਦਾ ਨਹੀਂ ਪਤਾ ਸੱਚੇ ਪਾਤਸ਼ਾਹ। ਲਿਆਵਨ ਕਾਠ ਸਮੂਹ ਕੋ ਕਿਮ ਕਰਮ ਪ੍ਰਯਾਸੀ। ਤੇ ਮਹਾਰਾਜ ਮੈਂ ਕਿਵੇਂ ਲੱਕੜਾਂ ਜਿਹੜੀਆਂ ਉਹ ਇੱਥੋਂ ਤੱਕ ਪਹੁੰਚਾਵਾਂਗਾ। ਜੋ ਬਿਦ ਆਪ ਬਨਾਇਓ ਹੋ ਤੈਸੇ ਮੈਂ ਲਿਆਵੋ। ਜੋ ਬਿਦ ਆਪ ਬਖਾਨ ਹੋ ਤੈਸੇ ਮੈਂ ਲਿਆਵੋ। ਮਹਾਰਾਜ ਹੁਣ ਦੱਸੋ ਮੈਂ ਕਿਵੇਂ ਲਿਆਵਾਂ। ਜਿਵੇਂ ਕਹੋਗੇ ਮੈਂ ਉਵੇਂ ਕਰਨ ਨੂੰ ਤਿਆਰ ਹਾਂ। ਕੈ ਅਜ਼ਮਤ ਮੁਝ ਨਿਕਟ ਹੋਏ ਨ੍ਰਿਪ ਕੋ ਦਰਸਾਵੋ। ਤੇ ਜਾਂ ਮੇਰੇ ਕੋ ਮਹਾਰਾਜ ਕੋਈ ਗੁਪਤ ਸ਼ਕਤੀ ਹੋਵੇ ਤੇ ਫਿਰ ਮੈਂ ਰਾਜੇ ਨੂੰ ਵਿਖਾਵਾਂ। ਹਾਂਜੀ। ਕਰੋ ਸਿੱਖ ਤਿਸ ਦੇਸ਼ ਕੋ ਆਗਿਆ ਪੁਨ ਮਾਨੈ। ਤੇ ਮੈਂ ਰਾਜੇ ਨੂੰ ਆਪਣਾ ਸਿੱਖ ਬਣਾਵਾਂ ਤੇ ਫਿਰ ਰਾਜਾ ਜਿਹੜਾ ਉਹ ਲੱਕੜਾਂ ਦਵੇ। ਸਾਵਣ ਮੱਲ ਨੂੰ ਇਹ ਨਹੀਂ ਪਤਾ, ਜਦੋਂ ਸਤਿਗੁਰੂ ਜੀ ਕਿਸੇ ਨੂੰ ਤੋਰਦੇ ਆ ਨਾ ਪਿਆਰਿਓ, ਵੇਖਣ ਵਿੱਚ ਬੰਦਾ ਕੱਲਾ ਹੁੰਦਾ ਤੇ ਉਹ ਕੱਲਾ ਨਹੀਂ ਹੁੰਦਾ। ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਾਲ ਜਾਂਦੀਆਂ ਨੇ ਜੀ। ਕਦੀ ਅਰਦਾਸ ਕਰਕੇ ਤੁਰ ਪਿਓ। ਵੱਡੇ ਤੋਂ ਵੱਡਾ ਕੰਮ ਹੋਵੇ, ਜੇ ਤੇ ਅਰਦਾਸ ਕਰਕੇ ਤੁਰੋਗੇ ਪਿਆਰਿਓ, ਉਹ ਕੰਮ ਤੁਹਾਡਾ ਬਣ ਜਾਏਗਾ।
ਤੇ ਕਈ ਪ੍ਰੇਮੀ ਕਹਿੰਦੇ ਜੀ ਅਸੀਂ ਅਰਦਾਸ ਕਰਕੇ ਤੁਰਦੇ ਆਂ ਪਰ ਸਾਡਾ ਤੇ ਫਿਰ ਵੀ ਨਹੀਂ ਕੰਮ ਬਣਿਆ। ਇਹ ਵੀ ਸਮੱਸਿਆ ਹੈਗੀ ਜੇ। ਤੇ ਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੇ, ਅਰਦਾਸ ਕਰਕੇ ਤੁਰੇ ਤੇ ਕੰਮ ਨਹੀਂ ਬਣਿਆ, ਇਹਦਾ ਮਤਲਬ ਹੈ ਤੁਹਾਡਾ ਭਲਾ ਇਸੇ ਵਿੱਚ ਹੈ ਵੀ ਕੰਮ ਨਾ ਬਣੇ। ਹੋ ਸਕਦਾ ਕੰਮ ਬਣ ਜੇ ਤੇ ਨੁਕਸਾਨ ਹੋ ਜੇ। ਅਰਦਾਸ ਕਰਕੇ ਸਤਿਗੁਰੂ ਦੇ ਘਰੋਂ ਜਦੋਂ ਤੁਸੀਂ ਤੁਰਦੇ ਹੋ ਤੁਹਾਡਾ ਨੁਕਸਾਨ ਨਹੀਂ ਹੋ ਸਕਦਾ, ਤੁਹਾਡਾ ਭਲਾ ਹੀ ਹੋਏਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਉੱਤੇ ਪੂਰਨ ਭਰੋਸਾ ਰੱਖਣਾ ਚਾਹੀਦਾ। ਚਲੋ ਸਾਵਣ ਮੱਲ ਜੀ ਨੇ ਕਹਿਤਾ ਵੀ ਮਹਾਰਾਜ ਮੇਰੇ ਕੋਲ ਤੇ ਕੁਝ ਵੀ ਨਹੀਂ ਹੈਗਾ, ਮੈਨੂੰ ਤੇ ਤੁਸੀਂ ਉਵੇਂ ਹੀ ਤੋਰ ਦੇਣ ਲੱਗੇ ਹੋ। ਹਾਂਜੀ, ਆਵਹਿ ਦੀਰਘ ਧਾਰ ਤਬ ਹਮ ਜਿਤਕ ਬਖਾਨੇ। ਕੋਈ ਮਹਾਰਾਜ ਗੁਪਤ ਸ਼ਕਤੀ ਤਾਕਤ ਦੇ ਦਿਓ ਤਾਂ ਕਿ ਮੈਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਵਾਂ ਤੇ ਲੱਕੜਾਂ ਭੇਜ ਦਿਆਂ। ਹਾਂਜੀ, ਤਬ ਸੁਨ ਕੈ ਸ਼੍ਰੀ ਅਮਰ ਜੀ ਲਖ ਕੈ ਤਿਸ ਆਸ਼ੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸਮਝ ਕੇ ਸਾਵਣ ਮੱਲ ਦੀ ਗੱਲ ਜੀ। ਹਾਂਜੀ, ਕਹਿਓ ਕਿ ਜੈਸੇ ਚਿਤ ਚਾਹੋ ਤਸ ਹੋਏ ਤੂੰ ਵਾਹ ਵਾਹ, ਪਾਸੈ। ਵਾਹ। ਬਸ ਇੰਨੀ ਗੱਲ ਗੁਰੂ ਅਮਰਦਾਸ ਜੀ ਨੇ ਕਹੀ। ਫਿਰ ਸਾਵਣ ਮੱਲ ਜਾ, ਜੋ ਕਹੇਗਾ ਹੋ ਜਾਏਗਾ, ਜੋ ਮੁਖੋਂ ਕਹੇਗਾ ਨਾ ਉਹ ਹੋ ਜਾਇਆ ਕਰੇਗਾ, ਹੋ ਜਾਸੀ। ਗੱਜ ਕੇ ਆਖੋ ਵਾਹਿਗੁਰੂ। ਲਓ ਜੀ, ਇਹ ਗੱਲ ਕਹਿੰਦੇ ਆ ਸਾਰੀ ਸਾਵਣ ਮੱਲ ਦੇ ਵਿੱਚ ਸ਼ਕਤੀ ਪ੍ਰਵੇਸ਼ ਕਰ ਗਈ ਜੀ। ਹਾਂਜੀ, ਸਾਵਣ ਮਲ ਕੀ ਮਾਤ ਨੇ ਸੁਨ ਸ਼੍ਰੋਨ ਮਝਾਰਾ। ਹੁਣ ਸਾਵਣ ਮੱਲ ਦੀ ਮਾਤਾ ਨੇ ਸੁਣਿਆ ਵੀ ਮਹਾਰਾਜ ਭੇਜ ਦੇਣ ਲੱਗੇ ਆ ਪਹਾੜੀ ਇਲਾਕੇ ਵਿੱਚ। ਹਾਂਜੀ, ਕਰਿਓ ਪੁੱਤਰ ਕੋ ਮੋਹ ਬਹੋ ਔਰ ਮੈਂ ਡਰ ਧਾਰਾ। ਤੇ ਮਾਤਾ ਡਰ ਪਈ ਜੀ ਵੀ ਪੁੱਤ ਕੱਲਾ ਚੱਲਾ ਇੰਨੀ ਦੂਰ ਚੱਲਾ, ਮਾਵਾਂ ਨੂੰ ਡਰ ਲੱਗਦਾ। ਸਾਵਣ ਮੱਲ ਦੀ ਮਾਤਾ ਜੀ ਡਰ ਗਏ। ਕੰਪਤ ਹੱਥਨ ਪਗਨ ਤੇ ਤਰਕਤ ਬਹੁ ਹੁਆ। ਬਸ ਉਹਦਾ ਤੇ ਘਬਰਾਹਟ ਪੈਣੀ ਸ਼ੁਰੂ ਹੋ ਗਈ ਜੀ ਮਾਤਾ ਨੂੰ ਜੀ, ਕੰਬਣ ਲੱਗ ਪਈ ਮਾਤਾ, ਘਬਰਾਹਟਾਂ ਹੋਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਚੱਲ ਆਈ ਸਤਿਗੁਰ ਨਿਕਟ ਅਸ ਬੋਲਨ ਕੀਆ। ਤੇ ਮਾਤਾ ਨਾ ਆ ਕੇ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕਰਨ ਲੱਗ ਪਈ। ਹਾਥ ਜੋਰ ਕੰਪਤ ਖਰੀ ਇੱਕ ਸੁਤ ਹੈ ਮੇਰੇ। ਹੱਥ ਜੋੜ ਕੇ ਨਾ ਤੇ ਮਹਾਰਾਜ ਨੂੰ ਕਹਿਣ ਲੱਗੀ, ਮਹਾਰਾਜ ਮੇਰੇ ਘਰ ਇੱਕੋ ਇੱਕ ਪੁੱਤ ਹੈ। ਵੇਖੋ ਭਰੋਸਾ ਨਹੀਂ ਨਾ ਹੈਗਾ ਤਾਂ ਇਹੋ ਜਿਹੀਆਂ ਗੱਲਾਂ ਕਰਦੀ ਮਾਤਾ। ਹਾਂਜੀ, ਡਾਕਨ ਪਰਬਤ ਮੈਂ ਰਹਿਤ ਮੈਂ ਸੁਨੀ ਕਨੇਰੇ। ਗੱਜ ਕੇ ਆਖੋ ਮਹਾਰਾਜ ਮੈਂ ਸੁਣਿਆ ਉੱਥੇ ਡਾਕੂ ਵੀ ਰਹਿੰਦੇ ਆ ਤੇ ਡਾਕਣੀਆਂ ਵੀ ਰਹਿੰਦੀਆਂ, ਜਾਦੂਗਰਨੀਆਂ ਵੀ ਰਹਿੰਦੀਆਂ ਨੇ। ਹਾਂਜੀ, ਕਾਢ ਘਰੇ ਜਾ ਖਾਏਂਗੀ ਪਰਦੇਸੀ ਜਾਣੈ। ਤੇ ਪਹਿਲੇ ਸਮੇਂ 'ਚ ਇਹੋ ਜਿਹੇ ਡਰ ਵੀ ਹੁੰਦੇ ਸੀਗੇ ਮਨ 'ਚ। ਮਹਾਰਾਜ ਕਲੇਜਾ ਕੱਢ ਕੇ ਖਾ ਹੀ ਨਾ ਜਾਣ ਮੇਰੇ ਪੁੱਤ ਦਾ, ਕੱਲਾ ਕੱਲਾ ਚੱਲਾ। ਤੇ ਪਰਦੇਸੀ ਨੇ ਮਹਾਰਾਜ ਉਹਨਾਂ ਨੇ ਕਿਹੜਾ ਪ੍ਰਵਾਹ ਕਰਨੀ ਹੈ, ਉਹਨਾਂ ਕਹਿਣਾ ਪਰਦੇਸੀ ਹੈ ਖਾ ਜੋ ਇਹਨੂੰ। ਪਹਿਲਾਂ ਨਾ ਸੰਗਤ ਜੀ ਪੰਜਾਬ ਤੋਂ ਹਜੂਰ ਸਾਹਿਬ ਜਦੋਂ ਸੰਗਤਾਂ ਜਾਂਦੀਆਂ ਸਨ ਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਜਾਂਦੇ ਸਨ, ਪਤਾ ਨਹੀਂ ਸੀ ਹੁੰਦਾ ਵਾਪਸ ਮੁੜਨਾ ਜਾਂ ਨਹੀਂ ਮੁੜਨਾ ਜੀ। ਇੰਨੇ ਖਤਰਨਾਕ ਰਸਤੇ ਹੁੰਦੇ ਸੀ। ਮਾਤਾ ਦਾ ਡਰ ਸੱਚਾ ਹੈ। ਹਾਂਜੀ, ਨਹਿ ਕੁਛ ਚਲੈ ਸਹਾਇਤਾ ਜਬ ਪ੍ਰਣ ਨਹਾਨੈ। ਤੇ ਮਹਾਰਾਜ ਇੱਕੋ ਇੱਕ ਪੁੱਤ ਤੇ ਮਾਰ ਹੀ ਨਾ ਦੇਣ, ਉਹ ਮਹਾਰਾਜ ਮਾਰ ਹੀ ਨਾ ਦੇਣ। ਬੜਾ ਔਖਾ ਹੁੰਦਾ ਸੀ ਦੂਰ ਜਾਣਾ, ਭਿਆਨਕ ਰਸਤੇ ਹੁੰਦੇ ਸਨ, ਕੋਈ ਪ੍ਰਬੰਧ ਨਹੀਂ ਸੀ ਹੁੰਦਾ ਜੀ। ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪਤਾ ਕਿਵੇਂ ਲੱਗਦਾ ਸੀ ਲੋਕਾਂ ਨੂੰ, ਜਿਵੇਂ ਦੂਜੇ ਦੇਸ਼ 'ਚ ਚੱਲੇ ਆ ਜੀ। ਹਾਂਜੀ, ਇੱਕ ਪੁੱਤਰਾ ਮੁਝ ਜਾਣ ਕੈ ਕੀਜੈ ਨਿਜ ਦਾਇਆ। ਜਿਸ ਤੇ ਇਹ ਜੀਵਤ ਰਹਿ ਸੁਖ ਹੋਏ ਅਧਕਾਇਆ। ਤੇ ਮਹਾਰਾਜ ਮੈਂ ਇੱਕ ਪੁੱਤਰ ਵਾਲੀ ਆ, ਬਸ ਮੇਰੇ ਤੇ ਦਇਆ ਕਰੋ। ਪੁੱਤਰ ਨੂੰ ਭਾਵੇਂ ਭੇਜ ਦਿਓ ਪਰ ਇੱਕ ਕਿਰਪਾ ਕਰੋ, ਮੇਰਾ ਪੁੱਤਰ ਰਵੇ ਜਿਉਂਦਾ ਮਹਾਰਾਜ, ਹੋਵੇ ਨਾ ਇਹਨੂੰ ਕੁਛ। ਹਾਂਜੀ, ਇਸਕੋ ਨਹੀਂ ਪਛਾਨ ਕੁਛ ਬਿਰਮਾਏ ਕੁਚਾਲੀ। ਮਹਾਰਾਜ ਇਹਨੂੰ ਕੀ ਪਤਾ ਹੈ ਉਹਨਾਂ ਲੋਕਾਂ ਨੇ ਕੀ ਕੀ ਕਰ ਦੇਣਾ। ਇਹਨੂੰ ਕੋਈ ਭੜਕਾ ਹੀ ਨਾ ਲਵੇ, ਕੋਈ ਭਰਮਾ ਹੀ ਨਾ ਲਵੇ।
ਹਾਂਜੀ। ਕਿਮ ਆਵਤ ਹਟ ਸਦਨ ਕੋ ਜਹ ਬਿਗਨ ਬਿਸਾਲੀ। ਤੇ ਰਸਤੇ ਵਿੱਚ ਬੜੇ ਵਿਘਨ ਨੇ, ਬੜੀਆਂ ਰੁਕਾਵਟਾਂ ਪੈਣੀਆਂ। ਪਹਿਲੀ ਗੱਲ ਪਤਾ ਨਹੀਂ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ, ਤੇ ਦੂਜੀ ਗੱਲ ਉਥੋਂ ਪਤਾ ਨਹੀਂ ਵਾਪਸ ਆਇਆ ਜਾਣਾ ਕਿ ਨਹੀਂ ਆਇਆ ਜਾਣਾ। ਬੜੀਆਂ ਰੁਕਾਵਟਾਂ ਨੇ ਮਹਾਰਾਜ। ਹਾਂ, ਸੁਤ ਸਨੇ ਬਿਰਦਾ ਮਹਾ ਸੁਨ ਬਾਕ ਤਰਸਾਤਾ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ। ਫਿਰ ਕਹੋ ਵਾਹਿਗੁਰੂ, ਵਾਹਿਗੁਰੂ। ਤੇ ਨਾਲੇ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਵੇਖਿਆ ਮਾਤਾ ਤੇ ਪੁੱਤਰ ਦੇ ਮੋਹ ਵਿੱਚ ਗਰਸੀ ਪਈ ਹੈ ਤੇ ਡਰਨ ਰਹੀ ਹੈ। ਹਾਂਜੀ। ਕਰੁਣਾ ਨਿਧ ਬਿਗ ਸੇ ਬਾਹਰ ਕਹਿੰਦੇ ਪਰਵਾਸਾ। ਤੇ ਮਹਾਰਾਜ ਗਰੀਬ ਨਵਾਜ ਕਿਰਪਾ ਨਿਧਾਨ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਆ ਕੇ ਤਰਵਾਸਾ ਦੇਣ ਲੱਗੇ ਜੀ। ਨਾਲੇ ਪ੍ਰਸੰਨ ਹੋਏ ਮਹਾਰਾਜ। ਹਾਂਜੀ। ਤੋਹੇ ਪੁੱਤਰ ਕੋ ਭੈ ਨਹੀਂ ਗਨ ਭੂਤ ਜੋ ਪ੍ਰੇਤਾ। ਮਹਾਰਾਜ ਕਹਿਣ ਲੱਗੇ ਚਿੰਤਾ ਨਾ ਕਰ, ਤੇਰੇ ਪੁੱਤਰ ਨੂੰ ਕਿਸੇ ਦਾ ਭੈ ਨਹੀਂ ਹੋਏਗਾ। ਕੋਈ ਡਾਕੂ ਭੂਤ ਪ੍ਰੇਤ ਕਿਸੇ ਚੀਜ਼ ਦਾ ਅਸਰ ਨਹੀਂ ਹੋਏਗਾ। ਹਾਂਜੀ। ਡਾਕੁਨ ਬਪਰੀ ਕਿਆ ਕਰੈ ਵੱਡ ਭਾ ਬਲ ਏਤਾ। ਮਹਾਰਾਜ ਕਹਿਣ ਲੱਗੇ ਤੈਨੂੰ ਪਤਾ ਤੇਰੇ ਪੁੱਤਰ ਨੂੰ ਕਿੰਨਾ ਬਲ ਦੇਤਾ, ਇੰਨਾ ਵੱਡਾ ਬਲ ਹੈ ਤੇਰੇ ਪੁੱਤਰ ਵਿੱਚ, ਹੁਣ ਡਾਕਣਾ ਨਹੀਂ ਕੁਝ ਕਰ ਸਕਦੀਆਂ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਸਮਰੱਥ ਗੁਰੂ ਸਿਰ ਹੱਥ ਧਰਿਓ। ਮਹਾਰਾਜ ਨੇ ਮਿਹਰ ਕੀਤੀ ਹੋਈ ਹੈ। ਹਾਂਜੀ। ਬੀਰ 52 ਜੋਗਨੀ ਇਸ ਆਇਸ ਮਾਨੈ। ਲਓ ਸਾਵਣ ਮੱਲ ਨੂੰ ਕਿੰਨੀਆਂ ਬਖਸ਼ਿਸ਼ਾਂ ਦੇ ਦਿੱਤੀਆਂ। 52 ਵੀਰ ਮੰਨਦੇ ਜੀ, 52 ਵੀਰ। ਮਹਾਰਾਜ ਕਹਿੰਦੇ ਸਾਰੇ ਤੇਰੇ ਪੁੱਤਰ ਦੇ ਅਧੀਨ ਕਰ ਦਿੱਤੇ ਆ, ਇਹਦਾ ਹੁਕਮ ਮੰਨਣਗੇ। ਜੋਗਣੀਆਂ ਵੀ ਇਹਦਾ ਹੁਕਮ ਮੰਨਣਗੀਆਂ। ਹਾਂਜੀ। ਸਰਬ ਸੁਰਾਸੁਰ ਜਿਤ ਕੀਤੀ ਡਰ ਧਰੈ ਮਹਾਨੇ। ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਦੈਂਤ ਸਾਰੇ ਇਹਦਾ ਡਰ ਮੰਨਣਗੇ, ਤੇਰੇ ਪੁੱਤਰ ਤੋਂ ਡਰਨਗੇ। ਹਾਂਜੀ। ਮਹਾ ਸ਼ਕਤ ਇਸ ਮੈਂ ਪਈ ਨਹਿ ਕੀਜੈ ਤਰਾਸਾ। ਮਹਾਰਾਜ ਮਾਤਾ ਨੂੰ ਕਹਿਣ ਲੱਗੇ ਡਰਨਾ, ਤੇਰੇ ਪੁੱਤਰ ਵਿੱਚ ਬੜੀ ਵੱਡੀ ਸ਼ਕਤੀ ਹੈ, ਡਰਨਾ। ਮਹਾਰਾਜ ਕਹਿੰਦੇ ਗਈ ਸਦਨ ਕੋ ਦੀਨ ਬਨ ਕੁਛ ਕਰ ਪਰਵਾਸਾ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਸਤਿਗੁਰਾਂ ਨੇ ਬਚਨ ਕਰਤਾ ਨਾ ਤੇ ਉਹਦੀ ਮਾਤਾ ਨੂੰ, ਫਿਰ ਭਾਈ ਸਾਵਣ ਮੱਲ ਦੀ ਮਾਤਾ ਨੂੰ ਥੋੜਾ ਭਰੋਸਾ ਵੱਜਾ ਜੀ। ਫਿਰ ਉਹ ਮਾਤਾ ਚਲੇਗੀ ਜੀ ਆਪਣੇ ਘਰ। ਹਾਂਜੀ। ਸਾਵਣ ਮੱਲ ਹਕਾਰ ਪੁੰਨ ਨਿਜ ਨਿਕਟ ਬਿਠਾਵਾ। ਸਾਵਣ ਮੱਲ ਜੀ ਨੇ ਤਿਆਰੀ ਕੀਤੀ ਜਾਣ ਦੀ, ਤੇ ਮਤਲਬ ਦੇਸ਼ੋਂ ਪ੍ਰਦੇਸ਼ ਹੀ ਸੀਗਾ ਜੀ ਇਹ। ਉਦੋਂ ਜੰਗਲ ਹੁੰਦੇ ਸਨ ਜ਼ਿਆਦਾ ਜੀ, ਜੰਗਲ ਪਾਰ ਕਰਕੇ ਜਾਣਾ ਪੈਂਦਾ ਸੀ, ਤੇ ਜਾਂ ਦਰਿਆ ਆਉਣੇ ਰਸਤੇ ਵਿੱਚ ਵੱਡੇ ਵੱਡੇ। ਤੇ ਇਹ ਵੀ ਇੱਕ ਬੜੀ ਪ੍ਰੀਖਿਆ ਦੀ ਘੜੀ ਸੀ ਭਾਈ ਸਾਵਣ ਮੱਲ ਵਾਸਤੇ ਜੀ। ਤੇ ਸਤਿਗੁਰੂ ਜੀ ਨੇ ਭਾਈ ਸਾਵਣ ਮੱਲ ਜੀ ਨੂੰ ਆਪਣੇ ਪਾਸ ਬਿਠਾਇਆ। ਇੱਕ ਰੁਮਾਲ ਕਰ ਪੋਸ਼ਨੋ ਗੁਰ ਹਾਥ ਉਠਾਵਾ। ਗੱਜ ਕੇ ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਜੀ ਨੇ ਨਾ ਜਿਹਦੇ ਨਾਲ ਮੁੱਖ ਪੂੰਜੀ ਦਾ ਜੀ, ਇੱਕ ਰੁਮਾਲ ਆਪਣੇ ਹੱਥ ਵਿੱਚ ਲਿਆ ਜੀ। ਹਾਂਜੀ। ਦਇਓ ਤਿਸੈ ਸਮਝਾਏ ਕਰ ਇਸ ਅਜ਼ਮਤ ਭਾਰੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਸਾਵਣ ਮੱਲ ਜੀ ਨੂੰ ਕਹਿਣ ਲੱਗੇ ਸਾਵਣ ਮੱਲ ਆ ਰੁਮਾਲ ਰੱਖ ਲਾ, ਇਸ ਰੁਮਾਲ ਦੇ ਵਿੱਚ ਬੜੀ ਵੱਡੀ ਤਾਕਤ ਹੈਗੀ ਹੈ। ਸਤਿਗੁਰਾਂ ਦਾ ਤੇ ਰੁਮਾਲ ਨਹੀਂ ਮਾਣ, ਉਹ ਵੀ ਸਤਿਗੁਰੂ ਜੀ ਨੇ ਆਪ ਦਿੱਤਾ ਹੋਵੇ ਜੀ। ਹਾਂਜੀ। ਚਾਹ ਹੈ ਜੇ ਕਿਸਹਿ ਸੰਘਾਰ ਦਿਓ ਚਾਹੇ ਮ੍ਰਿਤਕ ਜੀਵਾਰੀ। ਮਹਾਰਾਜ ਕਹਿੰਦੇ ਇਸ ਰੁਮਾਲ 'ਚ ਇੰਨੀ ਤਾਕਤ ਹੈ, ਇਹਦੇ ਰਾਹੀਂ ਭਾਵੇਂ ਕਿਸੇ ਨੂੰ ਮਾਰ ਦਵੇਂ ਜਾਂ ਜਿਉਂਦਾ ਕਰ ਦਵੇਂ ਜੀ। ਹੈ ਤੇ ਕੱਪੜਾ ਹੀ ਹੈ ਨਾ, ਪਰ ਸਤਿਗੁਰਾਂ ਦੇ ਰੁਮਾਲ ਵਿੱਚ ਵੇਖੋ ਕਿੰਨੀ ਤਾਕਤ ਹੈ। ਹਾਂਜੀ। ਜਿਸ ਕੀ ਚਿਤ ਮੈਂ ਚਾਹੇ ਹੋਏ ਇਸ ਮੈਂ ਤੇ ਲੀਜੈ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜੋ ਤੇਰੇ ਹਿਰਦੇ ਵਿੱਚ ਗੱਲ ਹੋਏਗੀ ਨਾ ਇਹ ਰੁਮਾਲ ਪੂਰੀ ਕਰ ਦਿਆ ਕਰੇਗਾ। ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ।
ਸਰਬ ਸੁਰਾਸੁਰ ਆਦਰੈ ਚਾਹੇ ਸੋ ਕਹਿ ਦੀਜੈ। ਸੱਚੇ ਪਾਤਸ਼ਾਹ ਕਹਿਣ ਲੱਗੇ ਸਾਰੇ ਦੇਵਤੇ ਤੇ ਦੈਂਤ ਤੇਰਾ ਆਦਰ ਕਰਨਗੇ, ਜਿਹਨੂੰ ਜੋ ਆਖੇਗਾ ਉਹ ਕਰਿਆ ਕਰੇਗਾ। ਹਾਂਜੀ। ਥਾਤੀ ਅਜ਼ਮਤ ਕੀ ਇਹੀ ਨਹਿ ਸੰਸੈ ਮਾਨੋ। ਥਾਤੀ ਅਜਮਤ ਕੀ ਇਹੀ, ਮਹਾਰਾਜ ਕਹਿਣ ਲੱਗੇ ਰੁਮਾਲ ਨਹੀਂ ਹੋ, ਰੁਮਾਲ ਵਿੱਚ ਸਮਝ ਲੈ ਵੀ ਕਰਾਮਾਤਾਂ ਦੀ ਥੈਲੀ ਹੈ ਇਹ ਰੁਮਾਲ। ਹੁਣ ਸ਼ੰਕਾ ਨਾ ਕਰੀ, ਤੈਨੂੰ ਕੱਲਿਆਂ ਨਹੀਂ ਭੇਜਣ ਲੱਗੇ। ਹਾਂਜੀ। ਕਰਹੁ ਦੇਸ਼ ਸਿੱਖ ਆਪਨੋ ਪੁਨ ਕਾਜ ਬਖਾਨੋ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਕੰਮ ਤੇ ਮਹਾਰਾਜ ਨੇ ਬਣਾਉਣਾ ਜੀ, ਬੰਦੇ ਦਾ ਤੇ ਨਾਮ ਹੈ, ਸਾਵਣ ਮੱਲ ਦਾ ਤੇ ਨਾਮ ਹੈ, ਕਰਨਾ ਤੇ ਸਭ ਕੁਝ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਆਪ ਹੈ। ਸਤਿਗੁਰੂ ਕਹਿਣ ਲੱਗੇ ਸਭ ਤੋਂ ਪਹਿਲਾਂ ਤੂੰ ਸਾਰੇ ਦੇਸ਼ ਨੂੰ ਆਪਣਾ ਸਿੱਖ ਬਣਾ ਲੈਣਾ, ਸਾਰੇ ਦੇਸ਼ ਨੂੰ, ਤੇ ਫਿਰ ਇਹ ਕੰਮ ਕਰਨਾ। ਹੁਣ ਇਸ ਬਚਨ ਕਰਦਿਆਂ ਸਾਰੀ ਸਮਝੋ ਮਹਾਰਾਜ ਨੇ ਹਰੀਪੁਰ ਦੇਸ਼ ਜਿਹੜਾ ਸੀ ਨਾ ਉਹ ਸਾਵਣ ਮੱਲ ਦਾ ਬਣਾ ਦਿੱਤਾ ਜੀ। ਹਾਂਜੀ। ਪਪੁਰੇ ਕਹਾਂ ਪਹਾਰੀਏ ਆਏ ਸੁਨਹਿ ਮਾਨੈ। ਮਹਾਰਾਜ ਕਹਿਣ ਲੱਗੇ ਦੇਵਤੇ ਤੇਰੀ ਆਗਿਆ ਮੰਨਣਗੇ, ਪਹਾੜੀਏ ਕੀ ਚੀਜ਼ ਹੈਗੀ ਹੈ। ਮਹਾਰਾਜ ਕਹਿੰਦੇ ਪਹਾੜੀਏ ਵੀ ਤੇਰੀ ਆਗਿਆ ਮੰਨਿਆ ਕਰਨਗੇ। ਸਭ ਤੋਂ ਜ਼ਿਆਦਾ ਮੰਨਦੇ ਆ ਜਿੱਦ ਵਾਲੇ ਜਿਹੜੇ ਆ ਉਹ ਪਹਾੜੀਏ ਹੁੰਦੇ, ਕਹਿੰਦੇ ਬੜੀ ਜਿੱਦ ਕਰਦੇ, ਕਿਸੇ ਤੇ ਭਰੋਸਾ ਨਹੀਂ ਕਰਦੇ, ਉਹ ਛੇਤੀ ਲੜਨ ਵਿੱਚ ਵੀ ਤੇਜ਼ ਹੁੰਦੇ ਆ। ਮਹਾਰਾਜ ਕਹਿੰਦੇ ਹੁਣ ਤੇ ਦੇਵਤੇ ਵੀ ਤੇਰਾ ਹੁਕਮ ਮੰਨਣਗੇ, ਪਹਾੜੀਏ ਕੀ ਚੀਜ਼ ਹੈਗੀ ਆ। ਤੀਨ ਲੋਕ ਪਰ ਹੁਕਮ ਤੋਵ ਨਹਿ ਫੇਰਨ ਠਾਨੋ। ਵਾਹ ਵਾਹ ਵਾਹ, ਗੱਜ ਕੇ ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਜਿਹੜੇ ਤੇ ਗੁਰੂ ਜੀ ਬਖਸ਼ਿਸ਼ ਕਰ ਦੇਣ, ਮਿਹਰ ਕਰ ਦੇਣ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਾਵਣ ਮੱਲ ਤਿੰਨਾਂ ਲੋਕਾਂ ਵਿੱਚ ਤੇਰਾ ਹੁਕਮ ਚੱਲੇਗਾ, ਤਿੰਨਾਂ ਲੋਕਾਂ ਵਿੱਚ। ਲੈ ਰੁਮਾਲ ਹਰ ਖਿਉਰਦਾ ਕਰ ਜੋਰ ਬਖਾਨੀ। ਲਓ ਜੀ, ਸਾਵਣ ਮੱਲ ਜੀ ਤੇ ਬੜੇ ਖੁਸ਼ ਹੋ ਗਏ, ਇਹ ਤੇ ਬੜੀਆਂ ਵੱਡੀਆਂ ਸ਼ਕਤੀਆਂ ਮਿਲ ਗਈਆਂ। ਸਤਿਗੁਰਾਂ ਦਾ ਲਿਆ ਰੁਮਾਲ, ਮੱਥਾ ਟੇਕਿਆ, ਰੁਮਾਲ ਸਾਂਭ ਲਿਆ ਤੇ ਤੁਰ ਪਏ ਜੀ ਹਰੀਪੁਰ ਨੂੰ। ਹਾਂਜੀ। ਪ੍ਰਭ ਜੀ ਸਭ ਕਾਰਜ ਬਨੈ ਅਜ਼ਮਤ ਲੈ ਮਾਨੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਹੁਣ ਤੇ ਸਾਰੇ ਕੰਮ ਬਣ ਹੀ ਜਾਣਗੇ, ਬਣ ਜਾਣਗੇ ਮਹਾਰਾਜ ਤੁਹਾਡੀ ਕਿਰਪਾ ਨਾਲ। ਹਾਂਜੀ। ਲੈ ਰੁਮਾਲ ਸਿਰ ਪਰ ਧਰਿਓ ਖੁੱਲ ਗਏ ਕਪਟਾ। ਭਾਈ ਸਾਵਣ ਮੱਲ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਰੁਮਾਲ ਸਾਹਿਬ ਆਪਣੇ ਸਿਰ ਤੇ ਰੱਖਿਆ ਜੀ, ਕਪਾਟ ਖੁੱਲੇ, ਬਖਸ਼ਿਸ਼ ਹੋਈ ਗੁਰੂ ਦੀ। ਸਭ ਸਿੱਧਾਂ ਆਗੇ ਖਰੀ ਹੇਰਿਓ ਬੜ ਠਾਟਾ। ਲਓ ਜੀ, ਰੁਮਾਲ ਸਿਰ ਤੇ ਰੱਖਣ ਦੀ ਦੇਰ ਸੀ, ਸਤਿਗੁਰੂ ਜੀ ਦਾ ਰੁਮਾਲ ਸਾਹਿਬ ਸਿਰ ਤੇ ਰੱਖਣ ਦੀ ਦੇਰ ਸੀ, ਉਸੇ ਵੇਲੇ ਸਾਰੀਆਂ ਸਿੱਧੀਆਂ ਸਾਹਮਣੇ ਆ ਕੇ ਖਲੋ ਗਈਆਂ ਜੀ, ਵਿਖੀਆਂ ਜੀ ਭਾਈ ਸਾਵਣ ਮੱਲ ਜੀ ਨੂੰ। ਹਾਂਜੀ। ਬੰਧਨ ਕਰ ਗਮਨਿਓ ਸਦਨ ਮਾ ਦਾਤ ਕੁਟੰਬਾ। ਤੇ ਸਾਰੀਆਂ ਆ ਕੇ ਮੱਥਾ ਟੇਕਣ ਜੀ ਭਾਈ ਸਾਵਣ ਮੱਲ ਜੀ ਨੂੰ, ਪਰਿਵਾਰ ਸਮੇਤ ਆ ਕੇ ਨਮਸਕਾਰਾਂ ਕਰਦੀਆਂ ਰਿੱਧੀਆਂ ਸਿੱਧੀਆਂ। ਸਭ ਕੋ ਧੀਰਜ ਕਹਿ ਦਈ ਮੁਝ ਬੜੋ ਅਲੰਬਾ। ਤੇ ਬੰਧਨ ਕਰਕੇ ਨਾ ਮੱਥਾ ਟੇਕ ਕੇ ਗੁਰੂ ਅਮਰਦਾਸ ਜੀ ਨੂੰ, ਆਪਣੇ ਮਾਤਾ ਜੀ ਨੂੰ ਮਿਲੇ, ਪਰਿਵਾਰ ਨੂੰ ਮਿਲੇ, ਧੀਰਜ ਦਿੱਤਾ ਵੀ ਕੋਈ ਨਹੀਂ, ਹੁਣ ਮੇਰੇ ਕੋਲ ਬੜੀਆਂ ਸ਼ਕਤੀਆਂ ਨੇ, ਮਹਾਰਾਜ ਨੇ ਮੈਨੂੰ ਬੜਾ ਨਿਹਾਲ ਕਰ ਦਿੱਤਾ ਹੈ। ਨਹਿ ਚਿੰਤਾ ਚਿਤ ਮੈਂ ਕਰੂੰ ਪਦ ਊਚ ਮਿਲਿਓ ਹੈ। ਹੁਣ ਚਿੰਤਾ ਨਾ ਕਰੋ, ਮੈਨੂੰ ਜਾਣ ਦਿਓ, ਮੈਨੂੰ ਗੁਰੂ ਨੇ ਬੜੀ ਵੱਡੀ ਪਦਵੀ ਦਿੱਤੀ ਹੈ। ਮੁਦਤ ਕਰਿਓ ਪਰਿਵਾਰ ਕੋ ਪੁਨ ਪੰਥ ਚੱਲਿਓ ਹੈ। ਤੇ ਸਾਧ ਸੰਗਤ ਜੀ ਪਰਿਵਾਰ ਨੂੰ ਖੁਸ਼ ਕਰਕੇ ਭਾਈ ਸਾਵਣ ਮੱਲ ਜੀ ਰਸਤੇ ਪੈ ਗਏ। ਸਨੈ ਸਨੈ ਗਮਨਿਓ ਤਬੈ ਮਗ ਉਲੰਘਿਓ ਸਾਰੇ। ਹੌਲੀ ਹੌਲੀ ਚਲਦਿਆਂ ਚਲਦਿਆਂ ਜੰਗਲ, ਦਰਿਆ, ਪਹਾੜੀ ਇਲਾਕੇ ਵਿੱਚ ਪਹੁੰਚ ਗਏ ਜੀ। ਉਹ ਗਇਓ ਹਰੀਪੁਰ ਕੇ ਨਿਕਟ ਗਿਰ ਰੁਚਰ ਨਿਹਾਰੇ। ਤੇ ਸੋਹਣੇ ਪਹਾੜ ਵੇਖੇ ਤੇ ਹਰੀਪੁਰ ਪਹੁੰਚ ਗਏ ਜੀ। ਹੁਣ ਇੰਨਾ ਕੁਝ ਸਤਿਗੁਰਾਂ ਨੇ ਦੇ ਕੇ ਤੋਰਿਆ, ਸਾਂਭਣਾ ਵੀ ਤਾਂ ਔਖਾ ਹੈਗਾ ਨਾ ਜੀ। ਇੱਥੇ ਤੇ ਥੋੜੀ ਜਿਹੀ ਤਾਕਤ ਨਹੀਂ ਬੰਦਾ ਸਹਿ ਸਕਦਾ ਜੀ। ਇੰਨਾ ਕੁਝ ਸਤਿਗੁਰਾਂ ਨੇ ਦਿੱਤਾ, ਇਹਨੂੰ ਸਾਂਭਣਾ ਵੀ ਔਖਾ ਹੈ। ਤੇ ਅੱਗੋਂ ਹਰੀਪੁਰ ਰਾਜ ਵਿੱਚ ਪਹੁੰਚੇ ਆ।
ਇੰਨੀਆਂ ਵੱਡੀਆਂ ਵੱਡੀਆਂ ਬਖਸ਼ਿਸ਼ਾਂ ਨੂੰ ਭਾਈ ਸਾਵਣ ਮੱਲ ਜੀ ਕਿਵੇਂ ਮਾਣਦੇ ਹੈ, ਕਿਵੇਂ ਵਰਤਦੇ ਹੈ, ਕਿਵੇਂ ਉਹ ਕਾਰਜ ਗੁਰੂ ਘਰ ਦਾ ਸਿਰੇ ਚੜ੍ਹਦਾ ਹੈ, ਉਹ ਆਪਾਂ ਅਗਲੇ ਪ੍ਰਸੰਗ ਵਿੱਚ ਸਰਵਣ ਕਰਾਂਗੇ। ਪ੍ਰੇਮ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ ਵਾਹਿਗੁਰੂ। 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 ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।